501 हमको 500 किलो घटाओ ना 10,301 1100 लिखा ना बंद कर देंगे बस बल भी नाल बंद हो जाए परम सत्कारयोग साध संगत जी वाहिगुरु जी का खालसा वाहिगुरु जी की फतेह। आप सारिया संगतां दा ऑनलाइन नितनेम संथ्या क्लास दे विच स्वागत है। जो बड़े प्यार दे नाल आप जी ने पिछला एक महीना जिथे जपजी साहब जाप साहब तो प्रसाद सवैये चौपाई साहब अते आनंद साहब आदि बाणियां दी संथ्या सिंह साहब ज्ञानी जोगिंदर सिंह जी वेदांती जी अते ज्ञानी परमिंदर सिंह जी होरां पासों प्राप्त कीती है।
ਤੇ ਸੰਗਤਾਂ ਵੱਲੋਂ ਬਾਰ-ਬਾਰ ਹੁਕਮ ਸੀ ਕਿ ਇਹ ਜਿਹੜੀ ਸੰਥਿਆ ਕਲਾਸ ਹੈ ਇਹਦੇ ਵਿੱਚ ਸ਼ਾਮ ਦੀ ਬਾਣੀ, ਸੋਧਰ ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਦੀ ਬਾਣੀ, ਇਹਨਾਂ ਬਾਣੀਆਂ ਦੀ ਸੰਥਿਆ ਵੀ ਜਿਹੜੀ ਹੈ ਅੱਗੇ ਆਰੰਭ ਕੀਤੀ ਜਾਵੇ। ਸੋ ਕੱਲ ਜਿੱਥੇ ਪੀਟੀਸੀ ਨਿਊਜ਼ ਤੇ ਹੋਰ ਨਿਊਜ਼ ਚੈਨਲਾਂ ਦੇ ਵੱਲੋਂ ਜਿੱਥੇ ਇਹਦੀ ਟੈਲੀਕਾਸਟ ਕੀਤਾ ਗਿਆ ਸੀਗਾ, ਉੱਥੇ ਸਿੰਘ ਸਾਹਿਬ ਵੱਲੋਂ ਨਾਲ ਹੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਕਿ ਸ਼ਾਮੀ 4:30 ਵਜੇ ਇਹ ਰੋਜ਼ਾਨਾ ਆਨਲਾਈਨ ਨਿਤਨੇਮ ਸੰਥਿਆ ਕਲਾਸ ਜਿਹੜੀ ਹੈ ਉਹ ਚਲਾਈ ਜਾਏਗੀ। ਅੱਜ ਕੁਝ ਕਾਰਨਾਂ ਕਰਕੇ ਸਿੰਘ ਸਾਹਿਬ ਥੋੜਾ ਜਿਹਾ ਲੇਟ ਹੋ ਰਹੇ ਨੇ, ਨਹੀਂ ਤਾਂ ਕਰੀਬ 4 ਵਜੇ ਤੱਕ ਉਹ ਦਫ਼ਤਰ ਪਹੁੰਚ ਜਾਇਆ ਕਰਦੇ ਨੇ। ਸੋ ਸੰਗਤ ਜੀ, ਅੱਜ ਵੀ ਆਪਾਂ ਜਿੱਥੇ ਜਦ ਤੱਕ ਸਿੰਘ ਸਾਹਿਬ ਜੀ ਪਹੁੰਚ ਰਹੇ ਨੇ ਆਪਣੇ ਨਾਲ ਜੁੜ ਰਹੇ ਨੇ, ਆਪਾਂ ਕੁਝ ਜ਼ਰੂਰੀ ਵਿਚਾਰਾਂ ਕਰਨ ਦਾ ਯਤਨ ਕਰਨਾ ਹੈ। ਬਾਕੀ ਸੋਮਵਾਰ ਤੋਂ ਜਦ ਤੱਕ ਅੱਜ ਵੀ ਸ਼ੁਰੂਆਤ ਹੋ ਜਾਏਗੀ, ਸੰਡੇ ਐਤਵਾਰ ਤੁਹਾਨੂੰ ਪਤਾ ਹੀ ਹੈ ਸਾਰੀ ਛੁੱਟੀ ਹੁੰਦੀ ਹੈ, ਤੇ ਬਾਕੀ ਸੋਮਵਾਰ ਤੋਂ ਸ਼ਨੀਵਾਰ ਤੱਕ, ਕਿਉਂਕਿ ਹੁਣ ਸ਼ਨੀਵਾਰ ਨੂੰ ਲਾਕਡਾਊਨ ਨਹੀਂ ਹੁੰਦਾ, ਇਸ ਕਰਕੇ ਸ਼ਨੀਵਾਰ ਦਾ ਦਫ਼ਤਰ ਖੁੱਲਦਾ ਹੈ, ਇਸ ਕਰਕੇ ਦਿੱਕਤ ਆਪਾਂ ਨੂੰ ਨਹੀਂ ਹੁੰਦੀ ਕੋਈ। ਇਸ ਕਰਕੇ ਹਫ਼ਤੇ ਦੇ 6 ਦਿਨ ਲਗਾਤਾਰ ਇਹ ਆਪਾਂ ਆਨਲਾਈਨ ਨਿਤਨੇਮ ਸੰਥਿਆ ਕਲਾਸ ਦਾ ਲਾਹਾ ਜਿਹੜਾ ਹੈ ਇਹ ਪ੍ਰਾਪਤ ਕਰ ਸਕਾਂਗੇ। ਸੋ ਇਹ ਖੁਸ਼ੀ ਦੀ ਗੱਲ ਹੈ ਜਿੱਥੇ ਆਪ ਜੀ ਜੁੜ ਰਹੇ ਹੋ। ਇੱਕ ਕੋਸ਼ਿਸ਼ ਜ਼ਰੂਰ ਕਰਨੀ ਸੰਗਤ ਜੀ, ਆਪਣੇ ਜਿੰਨੇ ਕੁ ਸੰਪਰਕ ਆਪ ਜੀ ਦੇ ਹੈਗੇ ਨੇ, ਜਿੱਥੋਂ ਤੱਕ ਵੀ ਪ੍ਰੇਰਨਾ ਤੁਸੀਂ ਕਰ ਸਕਦੇ ਹੋ, ਉਹਨਾਂ ਨੂੰ ਵੀ ਪ੍ਰੇਰਨਾ ਨਾਲ ਦੇ ਕੇ ਹੋਰ ਸੰਗਤਾਂ ਨੂੰ ਵੀ ਨਾਲ ਜੋੜਨ ਦੀ ਕਿਰਪਾਲਤਾ ਕਰਨੀ। ਖਾਸ ਕਰਕੇ ਪੰਜਾਬ ਤੋਂ ਬਾਹਰ ਰਹਿੰਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ, ਹਾਲਾਂਕਿ ਕਿਉਂਕਿ ਇੰਡੀਆ ਦੇ ਵਿੱਚ ਇੱਕ ਦਿੱਕਤ ਆਉਂਦੀ ਹੈ ਕਿ ਜਿਹੜੀਆਂ ਸੰਗਤਾਂ ਜੁੜਨੀਆਂ ਚਾਹੁੰਦੀਆਂ ਨੇ, ਉਹਨਾਂ ਵਿੱਚੋਂ ਬਹੁਤ ਸੰਗਤਾਂ ਵੱਲੋਂ ਇਹ ਦਿੱਕਤ ਦੱਸੀ ਜਾਂਦੀ ਰਹੀ ਹੈ ਕਿ ਸਾਡੇ ਇੱਥੇ ਨੈਟ ਦੀ ਪ੍ਰੋਬਲਮ ਰਹਿੰਦੀ ਹੈ। ਪਰ ਵਿਦੇਸ਼ ਰਹਿੰਦੀਆਂ ਸੰਗਤਾਂ ਵਾਸਤੇ ਇਹ ਪ੍ਰੋਬਲਮ ਜਿਹੜੀ ਓਡੀ ਵੱਡੀ ਪ੍ਰੋਬਲਮ ਨਹੀਂ ਹੈ। ਹਾਲਾਂਕਿ ਇੰਡੀਆ ਦੇ ਵਿੱਚ ਕੁਝ ਨੈਟਵਰਕ ਦੇ ਵਿੱਚ ਸੁਧਾਰ ਜ਼ਰੂਰ ਹੋਇਆ, ਫਿਰ ਵੀ ਪਿੰਡਾਂ ਥਾਵਾਂ ਤੇ ਕਈ ਐਸੇ ਇਲਾਕੇ ਨੇ ਜਿੱਥੇ ਨੈਟ ਦਾ ਅੱਜ ਵੀ ਜਿਹੜਾ ਹੈ ਇਹ ਪਰੇਸ਼ਾਨੀ ਦਾ ਪੱਖ ਸੰਗਤਾਂ ਨੂੰ ਝੱਲਣਾ ਪੈ ਰਿਹਾ ਹੈ। ਤੇ ਸੰਗਤਾਂ ਜਿੱਥੋਂ ਤੱਕ ਜੁੜ ਰਹੀਆਂ ਨੇ, ਮੈਂ ਬੇਨਤੀ ਕਰਾਂਗਾ ਕਿ ਹੋਰ ਵੀ ਸੰਗਤਾਂ ਨੂੰ ਤੁਸੀਂ ਪ੍ਰੇਰਨਾ ਦੇ ਕੇ ਅੱਗੇ ਵੱਧ ਤੋਂ ਵੱਧ ਨਾਲ ਜੋੜਨ ਦੀ ਕਿਰਪਾਲਤਾ ਕਰਨੀ। ਕੱਲ ਸੰਗਤ ਵੱਲੋਂ ਹੀ ਇਹ ਮੰਗ ਵੀ ਕੀਤੀ ਗਈ ਸੀ, ਖਾਸ ਕਰਕੇ ਅਮਰੀਕਾ ਤੋਂ ਰਹਿਣ ਵਾਲੇ ਜਗਬੀਰ ਸਿੰਘ ਜੀ ਹੋਰਾਂ ਵੱਲੋਂ, ਕਿ ਸਹਿਜ ਪਾਠ ਦੀ ਜਿਹੜੀ ਹੈ ਇਹ ਪ੍ਰਵਾਹ ਚਲਾਇਆ ਜਾਵੇ ਤੇ ਇਹਦੀ ਸੰਥਿਆ ਕਰਵਾਈ ਜਾਵੇ। ਉਹ ਵੀ ਸਿੰਘ ਸਾਹਿਬ ਨੇ ਕਿਹਾ ਹੈ ਕਿ ਇਸ ਦੇ ਬਾਰੇ ਵੀ ਅਸੀਂ ਜਿਵੇਂ, ਕਿਉਂਕਿ ਹੁਣ ਸੰਗਤ ਦੇ ਹੁਕਮ ਤੇ ਸੋਧਰ ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਦੀ ਬਾਣੀ ਦਾ ਇਹ ਸੰਥਿਆ ਜਿਹੜੀ ਹੈ ਆਰੰਭ ਕੀਤੀ ਗਈ ਹੈ। ਅੱਗੇ ਵੀ ਜਿਵੇਂ ਸੰਗਤ ਦਾ ਹੁਕਮ ਹੈ, ਕਿਉਂਕਿ ਸੰਗਤ ਦਾ ਹੁਕਮ ਹੀ ਗੁਰੂ ਦਾ ਹੁਕਮ ਹੈ, ਇਸ ਨੂੰ ਮੋੜਿਆ ਨਹੀਂ ਜਾ ਸਕਦਾ ਕਦੀ ਵੀ। ਸੋ ਆਪ ਜੀ ਦਾ ਹੁਕਮ ਜਿਸ ਤਰ੍ਹਾਂ ਹੁੰਦਾ ਹੈ, ਸਿੰਘ ਸਾਹਿਬ ਕੋਲ ਟਾਈਮ ਮਿਲਦਾ ਹੈ, ਉਹ ਵੀ ਅੱਗੇ ਕਲਾਸਾਂ ਜਿਹੜੀਆਂ ਨੇ ਅੱਗੇ ਆਰੰਭ ਹੋਣੀਆਂ ਨੇ। ਬੜੀ ਖੁਸ਼ੀ ਦੀ ਗੱਲ ਹੈ ਕਿ ਅਮਰਦੀਪ ਸਿੰਘ ਜੀ ਤੇ ਹੋਰ ਵੀਰ ਜਿਹੜੇ ਜਿੱਥੇ ਕੰਮਾਂ ਕਾਜਾਂ ਦੇ ਵਿੱਚ ਆਪਣਾ ਕੰਮਕਾਜ ਕਰਦੇ ਨੇ, ਉੱਥੇ ਨਾਲ ਇਸ ਆਨਲਾਈਨ ਸੰਥਿਆ ਕਲਾਸ ਦੇ ਵਿੱਚ ਵੀ ਜੁੜਦੇ ਨੇ। ਕੱਲ ਕੋਈ ਸੰਗਤਾਂ ਦਾ ਫੋਨ ਵੀ ਆਇਆ ਸੀਗਾ ਕਿ ਗਿਆਨੀ ਜੀ ਅਸੀਂ ਜੁੜੇ ਸਾਂ, ਪਰ ਸਾਨੂੰ ਸਮਝ ਨਹੀਂ ਆਈ ਕਿ ਕਲਾਸ ਦੇ ਵਿੱਚ ਕੀ ਕਰ ਰਹੇ ਸੋ। ਕੱਲ ਵੀ ਆਪ ਜੀ ਨੂੰ ਦੱਸਿਆ ਸੀ ਕਿ ਕੱਲ ਅਸਲ 'ਚ ਮੀਡੀਆ ਟੀਮ ਆਈ ਸੀ ਤੇ ਉਸ ਮੀਡੀਆ ਟੀਮ ਨੇ ਆਪ ਜੀ ਦੀ ਇੰਟਰਵਿਊ ਲੈਣੀ ਸੀ, ਤੇ ਕਾਰਜ ਕਿਉਂਕਿ ਸੰਪੂਰਨ ਹੋ ਚੁੱਕਿਆ ਸੀਗਾ, ਤੇ ਇਸ ਕਰਕੇ ਉਹਦੀ ਕਵਰੇਜ ਕਰਕੇ, ਕਿਉਂਕਿ ਜਦ ਤੱਕ ਮੀਡੀਆ 'ਚ ਗੱਲ ਨਹੀਂ ਪਹੁੰਚਦੀ ਸੰਗਤਾਂ ਜ਼ਿਆਦਾ ਲਾਹਾ ਨਹੀਂ ਲੈ ਪਾਉਂਦੀਆਂ, ਇਸ ਕਰਕੇ ਉਹਨਾਂ ਵੱਲੋਂ ਕੁਝ ਕਵਰੇਜ ਕਰਨ ਕਰਕੇ ਕੱਲ ਜਿਹੜੀ ਸੀ ਇਹ ਕਲਾਸ ਨਹੀਂ ਸੀ ਲੱਗ ਸਕੀ। ਕੱਲ ਹੀ ਸਿੰਘ ਸਾਹਿਬ ਵੱਲੋਂ ਫਿਰ ਅੱਗੇ ਪ੍ਰਵਾਨਗੀ ਨਾਲ ਦੇ ਦਿੱਤੀ ਕਿ 4:30 ਵਜੇ ਆਪਾਂ ਇਹ ਕਲਾਸ ਲਾਇਆ ਕਰਾਂਗੇ। ਪਰ ਕਿਉਂਕਿ ਗਿਆਨੀ ਪ੍ਰਵਿੰਦਰ ਸਿੰਘ ਜੀ ਹੁਣੀ ਆਪ ਜੀ ਨੂੰ ਬਾਰ-ਬਾਰ ਦੱਸਿਆ ਹੈ ਕਿ ਉਹ ਪੀਟੀਸੀ ਸਿਮਰਨ ਦੀ ਵੀ ਰਿਕਾਰਡਿੰਗ ਉਹਨਾਂ ਦੀ ਰੋਜ਼ ਚੱਲਦੀ। ਪੀਟੀਸੀ ਸਿਮਰਨ ਤੇ ਸਵੇਰੇ ਸ਼ਾਮ 9:30 ਵਜੇ ਉਹ ਗੁਰਬਾਣੀ ਦੀ ਸੰਥਿਆ ਲੜੀਵਾਰ ਰੂਪ ਵਿੱਚ ਕਰਵਾ ਰਹੇ ਨੇ। ਤੇ ਅੱਜ ਪਹਿਲਾ ਦਿਨ ਸੀ, ਉਹ ਥੋੜਾ ਜਿਹਾ ਉਹਨਾਂ ਨੂੰ ਮੈਸੇਜ ਲੇਟ ਪਹੁੰਚਿਆ, ਤਾਂ ਉਹਨਾਂ ਸੋਚਿਆ ਸ਼ਾਇਦ ਅੱਜ ਸੋਮਵਾਰ ਤੋਂ ਕਲਾਸ ਆਰੰਭ ਕਰਨੀ ਹੈ, ਤੇ ਹੁਣੇ ਥੋੜੇ ਸਮੇਂ ਦੇ ਵਿੱਚ ਉਹ ਸਾਡੇ ਤੱਕ ਪਹੁੰਚ ਰਹੇ ਨੇ। ਉਹਨਾਂ ਨੂੰ ਦੁਬਾਰਾ ਬੇਨਤੀ ਕੀਤੀ ਸੀ ਕਿ ਨਹੀਂ, ਆਪਾਂ ਕਲਾਸ ਅੱਜ ਤੋਂ ਸਟਾਰਟ ਕਰਤੀ ਹੈ, ਸੰਗਤਾਂ ਨੂੰ ਮੈਸੇਜ ਕਰ ਦਿੱਤਾ ਹੈ ਤੇ ਆਪ ਜੀ ਪਹੁੰਚੋ। ਤੇ ਜਿਵੇਂ ਹੀ ਉਹ ਦਫ਼ਤਰ ਧਰਮ ਪ੍ਰਚਾਰ ਕਮੇਟੀ ਪਹੁੰਚਣ ਦੇ ਤੇ ਨਾਲ ਹੀ ਆਪਾਂ ਇਸ ਸੋਧਰ ਰਹਿਰਾਸ ਸਾਹਿਬ ਦੀ ਜਿਹੜੀ ਪਾਠ ਦੀ ਕਲਾਸ ਜਿਹੜੀ ਹੈ ਆਰੰਭ ਕਰ ਦੇਵਾਂਗੇ। ਸੋ ਸੰਗਤ ਜੀ, ਇਹ ਸਿੱਖ ਦੇ ਵਾਸਤੇ ਇਹ ਬੜੀ ਜ਼ਰੂਰੀ ਗੱਲਾਂ ਨੇ। ਅਸੀਂ ਕੁਝ ਕੁ ਚੀਜ਼ਾਂ ਇਹ ਜ਼ਰੂਰ ਸਮਝ ਲੈਣੀਆਂ ਨੇ ਕਿ ਕਿਸੇ ਵੀ ਚੀਜ਼ ਦੀ ਅਸੀਂ ਕਦਰ ਉਦੋਂ ਕਰਦੇ ਹਾਂ ਜਦੋਂ ਅਸੀਂ ਉਸ ਚੀਜ਼ ਨੂੰ ਚੰਗੀ ਤਰੀਕੇ ਨਾਲ ਜਾਣ ਲੈਂਦੇ ਹਾਂ। ਤੇ ਗੁਰਬਾਣੀ ਤੇ ਅਥਾਹ ਸਾਗਰ ਹੈ। ਇਸ ਗੁਰਬਾਣੀ ਦੇ ਵਿੱਚ ਉਹੋ ਜਿਹੇ ਗੁੱਝੇ ਭੇਦ ਸਾਡੇ ਸਨਮੁਖ ਰੱਖੇ ਗਏ ਨੇ, ਜਿਸ ਨੂੰ ਅੱਜ ਸਾਇੰਸ ਵੀ ਖੋਜਣ ਦਾ ਯਤਨ ਕਰ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਗੁਰਬਾਣੀ ਸਾਇੰਸ ਦਾ ਵਿਰੋਧ ਕਰਦੀ,
ਪਰ ਸਾਇੰਸ ਨੂੰ ਵੀ ਸਹੀ ਰੂਪ ਵਿੱਚ ਕਿਵੇਂ ਵਰਤਣਾ ਹੈ ਇਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੀ ਸਾਨੂੰ ਸਿਖਾ ਸਕਦੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਬਹੁਤ ਸਾਰੇ ਗੁੱਝੇ ਭੇਦ ਨੇ ਜਿਹਨੂੰ ਸਾਇੰਸ ਨੇ ਅੱਜ ਲੱਭਿਆ ਹੈ, ਪਰ ਉਹ ਗੁੱਝੇ ਭੇਦ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਨੇ ਸੈਂਕੜੇ ਸਾਲ ਪਹਿਲਾਂ ਹੀ ਮਨੁੱਖਤਾ ਦੇ ਸਾਹਮਣੇ ਖੋਲ ਕੇ ਉਜਾਗਰ ਕਰ ਦਿੱਤਾ ਸੀ। ਇਹ ਅੰਮ੍ਰਿਤਮਈ ਬਾਣੀ ਦੀ ਬੜੀ ਵੱਡੀ ਵਿਲੱਖਣਤਾ ਹੈ। ਫਿਰ ਸਭ ਤੋਂ ਵੱਡੀ ਵਿਲੱਖਣਤਾ ਇੱਕ ਇਹ ਹੈ ਸੰਗਤ ਜੀ, ਅਸੀਂ ਕਿਤੇ 4 ਬੰਦੇ ਵੀ ਇਕੱਠੇ ਬੈਠੀਏ ਨਾ, 4 ਬੰਦੇ ਵੀ, ਕਈ ਸੰਗਤਾਂ ਸੋਚ ਰਹੀਆਂ ਹੋਣਗੀਆਂ ਕਿ ਸੰਥਿਆ ਕਰਾਉਣ ਦੀ ਥਾਂ ਗਿਆਨੀ ਜੀ ਵਿਚਾਰਾਂ ਕਰ ਰਹੇ ਨੇ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਦੁਬਾਰਾ ਵੀ ਕਰਦੇ ਹਾਂ ਕਿ ਸਿੰਘ ਸਾਹਿਬ ਜੀ, ਗਿਆਨੀ ਪਰਮਿੰਦਰ ਸਿੰਘ ਜੀ ਜਦ ਤੱਕ ਸਾਡੇ ਕੋਲ ਦਫ਼ਤਰ ਧਰਮ ਪ੍ਰਚਾਰ ਕਮੇਟੀ ਦੇ ਹਾਲ 'ਚ ਪਹੁੰਚ ਰਹੇ ਨੇ, ਕਿਉਂਕਿ ਰਸਤੇ ਦੇ ਵਿੱਚ ਥੋੜਾ ਲੇਟ ਸਨ, ਤੇ ਉਨੀ ਦੇਰ ਤੱਕ ਦਾਸ ਆਪ ਜੀ ਨਾਲ ਗੁਰਬਾਣੀ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਦੀ ਸਾਂਝ ਕਰਨ ਦਾ ਯਤਨ ਕਰ ਰਿਹਾ। ਕਿਉਂਕਿ ਅੱਜ ਤੋਂ ਇਹ ਕਲਾਸ ਆਪਾਂ ਆਰੰਭ ਕੀਤੀ ਹੋਈ ਹੈ। ਇਹ ਵੀ ਸੰਗਤ ਦੀ ਮੰਗ ਸੀ ਕਿ ਸੋਦਰ ਰਹਿਰਾਜ ਸਾਹਿਬ ਤੇ ਸੋਹਿਲਾ ਸਾਹਿਬ ਦੀ ਬਾਣੀ ਦੀ ਸੰਥਿਆ ਜਿਹੜੀ ਹੈ ਆਰੰਭ ਕੀਤੀ ਜਾਵੇ, ਜਿਸ ਨੂੰ ਸਿੰਘ ਸਾਹਿਬ ਵੱਲੋਂ ਤੇ ਖਾਸ ਕਰਕੇ ਗਿਆਨੀ ਪਰਮਿੰਦਰ ਸਿੰਘ ਜੀ ਵੱਲੋਂ ਪ੍ਰਵਾਨ ਕੀਤਾ ਗਿਆ। ਕਿਉਂਕਿ ਸਿੰਘ ਸਾਹਿਬ ਜੋ ਦਿਸ਼ਾ ਨਿਰਦੇਸ਼ ਦਿੰਦੇ ਨੇ, ਦੱਸਦੇ ਨੇ, ਗਿਆਨੀ ਪਰਮਿੰਦਰ ਸਿੰਘ ਜੀ ਉਸੇ ਹਿਸਾਬ ਦੇ ਨਾਲ ਸਾਨੂੰ ਅੱਗੇ ਜਿਹੜਾ ਹੈ ਉਹ ਸੰਥਿਆ ਜਿਹੜੀ ਕਲਾਸ ਹੈ ਸਾਡੀ ਲਾਉਂਦੇ ਨੇ। ਸੋ ਵੀਰ ਬਹੁਤ ਸਾਰੇ ਜੁੜ ਰਹੇ ਨੇ। ਮੈਂ ਇੱਕ ਬੇਨਤੀ ਕਰਾਂਗਾ, ਜਿੱਥੇ ਜੁੜਦੇ ਹੋ ਉੱਥੇ ਇਹ ਬੇਨਤੀ ਜ਼ਰੂਰ ਧਿਆਨ 'ਚ ਰੱਖਿਓ, ਕਿਉਂਕਿ ਅਸੀਂ ਗੁਰਬਾਣੀ ਦੀ ਸੰਥਿਆ ਕਰਨੀ ਹੈ ਤੇ ਕੋਸ਼ਿਸ਼ ਕਰਿਆ ਕਰੀਏ ਕਿ ਆਪਾਂ ਸਿਰ ਢੱਕ ਕੇ ਤੇ ਫਿਰ ਅਸੀਂ ਇਸ ਕਲਾਸ ਦੇ ਵਿੱਚ ਸ਼ਾਮਲ ਹੋਇਆ ਕਰੀਏ। ਸਿਰ ਜ਼ਰੂਰ ਆਪਣਾ ਢੱਕਿਆ ਹੋਵੇ। ਵੈਸੇ ਵੀ ਘਰ ਦੇ ਵਿੱਚ ਜਾਂ ਕਿਤੇ ਵੀ ਸਿਰ ਢੱਕਣਾ ਬੜਾ ਜ਼ਰੂਰੀ ਹੈ। ਕਿਸੇ ਨੇ ਸਵਾਲ ਕਰ ਦਿੱਤਾ, ਗਿਆਨੀ ਜੀ ਇਹ ਸਿਰ ਢੱਕਣ ਵਾਸਤੇ ਕਿਉਂ ਕਿਹਾ ਜਾਂਦਾ ਹੈ? ਗੁਰਮੁਖੋ, ਜਦੋਂ ਗੁਰਦੁਆਰਾ ਸਾਹਿਬ ਕੋਈ ਆਉਂਦਾ ਹੈ ਅਸੀਂ ਉਹਨੂੰ ਵੀ ਕਹਿੰਦੇ ਆ ਸਿਰ ਢੱਕਣ ਵਾਸਤੇ। ਦਰਅਸਲ ਜੇ ਇਹਦਾ ਲੌਜਿਕ, ਇਹਦਾ ਕਾਰਨ ਸਮਝ ਆ ਜਾਏ ਨਾ ਕਿਸੇ ਨੂੰ, ਤੇ ਉਹ ਤੁਹਾਡਾ ਧੰਨਵਾਦ ਕਰੇਗਾ ਕਿ ਭਾਈ ਤੂੰ ਮੈਨੂੰ ਚੰਗਾ ਕੀਤਾ, ਤੂੰ ਸਿਰ ਢੱਕਣ ਵਾਸਤੇ ਕਹਿ ਦਿੱਤਾ। ਦਰਅਸਲ ਗੱਲ ਇੰਨੀ ਹੈ ਸੰਗਤ ਜੀ, ਸਾਡਾ ਜਿਹੜਾ ਕਲਚਰ ਦਾ ਇੱਕ ਹਿੱਸਾ ਹੈ। ਵੈਸੇ ਅਧਿਆਤਮਿਕ ਪੱਖ ਤੇ ਵਿਸ਼ਾਲ ਨੇ, ਕਿਉਂਕਿ ਅਧਿਆਤਮਿਕ ਪੱਖੋਂ ਵੀ ਇਹਦੇ ਆਪਣੇ ਪੱਖ ਨੇ। ਮੈਂ ਇੱਕ ਨਾਰਮਲ ਪੱਖ ਰੱਖ ਰਿਹਾ ਕਿ ਅਸੀਂ ਕਿਸੇ ਨੂੰ ਸਿਰ ਢੱਕਣ ਵਾਸਤੇ ਕਿਉਂ ਆਖਦੇ ਹਾਂ, ਭਲਾ ਕਿਉਂ ਬੇਨਤੀ ਕਰਦੇ ਹਾਂ? ਕੋਈ ਵੀ ਗੁਰੂ ਘਰ ਦੇ ਵਿੱਚ ਆਉਂਦਾ ਹੈ, ਅਸੀਂ ਉਹਨੂੰ ਕਹਿੰਦੇ ਹਾਂ ਭਾਈ ਸਿਰ ਢੱਕ ਕੇ ਆਓ। ਇਹ ਕਿਉਂ ਕਿਹਾ ਜਾਂਦਾ ਹੈ ਭਲਾ? ਅਸਲ ਦੇ ਵਿੱਚ ਸਿਰ ਢੱਕਣ ਵਾਸਤੇ ਜਿਹੜੀ ਬੇਨਤੀ ਕੀਤੀ ਜਾਂਦੀ ਹੈ, ਉਹਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਿਸੇ ਦਾ ਸਿਰ ਢੱਕਿਆ ਹੋਣਾ, ਇਹਦਾ ਮਤਲਬ ਉਹ ਬੰਦਾ ਇੱਜ਼ਤਦਾਰ ਹੈ। ਸਿਰ ਢੱਕਣਾ ਇੱਜ਼ਤ ਦਾ ਪ੍ਰਤੀਕ ਹੈ। ਜਿਵੇਂ ਪੱਗ ਇੱਜ਼ਤ ਦਾ ਪ੍ਰਤੀਕ ਹੈ, ਚੁੰਨੀ ਇੱਜ਼ਤ ਦਾ ਪ੍ਰਤੀਕ ਹੈ। ਜਿਵੇਂ ਕੋਈ ਭੈਣ ਕਹਿੰਦੀ ਮੇਰੀ ਚੁੰਨੀ ਲਹਿ ਗਈ, ਇਹਦਾ ਮਤਲਬ ਮੇਰੀ ਇੱਜ਼ਤ ਗਵਾਚ ਗਈ। ਸਿਰ ਤੋਂ ਚੁੰਨੀ ਦਾ ਲਹਿ ਜਾਣਾ, ਪੱਗ ਦਾ ਲਹਿ ਜਾਣਾ, ਆਪਣੀ ਇੱਜ਼ਤ ਦਾ ਗਵਾਚਣਾ, ਇਹ ਮੰਨਿਆ ਜਾਂਦਾ ਹੈ। ਜਦੋਂ ਗੁਰੂ ਘਰ ਦੇ ਵਿੱਚ ਕੋਈ ਆਉਂਦਾ ਹੈ, ਅਸੀਂ ਇਸ ਨੂੰ ਸਿਰ ਢੱਕਣ ਵਾਸਤੇ ਜਦੋਂ ਕਹਿੰਦੇ ਆ, ਅਸੀਂ ਉਹਨੂੰ ਆਪਣੇ ਵੱਲੋਂ ਇੱਜ਼ਤ ਦੇ ਰਹੇ ਹਾਂ, ਰਿਸਪੈਕਟ ਦੇ ਰਹੇ ਹਾਂ। ਜਦੋਂ ਅਸੀਂ ਕਹਿੰਦੇ ਭਾਈ ਸਿਰ ਢੱਕ ਕੇ ਰੱਖੋ ਆਪਣਾ, ਅਸੀਂ ਆਪਣੇ ਵੱਲੋਂ ਉਹਨੂੰ ਇੱਜ਼ਤਦਾਰ ਬਣਾਉਂਦੇ ਹਾਂ। ਕਿਉਂਕਿ ਕਿਸੇ ਦੇ ਸਿਰ ਤੋਂ ਪੱਗ ਲਾਹ ਦੇਣਾ, ਚੁੰਨੀ ਲਾਹ ਦੇਣਾ, ਇਹ ਕਿਸੇ ਦੀ ਇੱਜ਼ਤ ਨੂੰ ਖੋਹਣ ਦੇ ਬਰਾਬਰ ਹੈ। ਮੁਗਲਾਂ ਵੱਲੋਂ ਖਾਸ ਤੌਰ ਤੇ ਐਲਾਨ ਸੀ ਕਿ ਉਹਨਾਂ ਹਾਕਮਾਂ ਤੋਂ ਇਲਾਵਾ ਜਾਂ ਜਿਹੜੇ ਰਜਵਾੜੇ ਉਹਨਾਂ ਦੀ ਸ਼ਹਿਰ ਵਿੱਚ ਹਕੂਮਤ ਕਰ ਰਹੇ ਨੇ, ਉਹਨਾਂ ਤੋਂ ਇਲਾਵਾ ਕੋਈ ਵੀ ਆਮ ਮਨੁੱਖ ਸਿਰ ਤੇ ਦਸਤਾਰ ਨਹੀਂ ਸਜਾ ਸਕਦਾ, ਸਿਰ ਨਹੀਂ ਢੱਕ ਸਕਦਾ। ਗੁਲਾਮ ਬੰਦੇ ਨੂੰ ਸਿਰ ਢੱਕਣ ਦਾ ਅਧਿਕਾਰ ਨਹੀਂ ਸੀ, ਕੇਵਲ ਆਜ਼ਾਦ ਮਨੁੱਖ ਹੀ ਸਿਰ ਢੱਕ ਸਕਦਾ ਸੀ। ਇਸ ਕਰਕੇ ਮੈਂ ਕੇਵਲ ਇੱਕ ਪੱਖ ਰੱਖ ਰਿਹਾ ਕਿ ਜਦੋਂ ਅਸੀਂ ਕੋਈ ਪੁੱਛ ਲਵੇ ਕਿ ਤੁਸੀਂ ਕਿਉਂ ਬਾਰ-ਬਾਰ ਸਿਰ ਢੱਕਣ ਵਾਸਤੇ ਕਹਿੰਦੇ, ਅਸੀਂ ਉਹਨੂੰ ਪਹਿਲੇ ਨੰਬਰ ਤੇ ਇੱਜ਼ਤ ਦਿੰਦੇ ਹਾਂ। ਗੁਰੂ ਨਾਨਕ ਦਾ ਘਰ ਹਰ ਬੰਦੇ ਨੂੰ ਮਾਣ ਦਿੰਦਾ ਹੈ, ਸਤਿਕਾਰ ਕਰਦਾ ਹੈ। ਕਿਉਂਕਿ ਜਿੱਥੇ ਅਰਦਾਸ ਕੀਤੀ ਜਾਂਦੀ ਹੈ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਜਿੱਥੇ ਨਿਮਾਣੇ ਨੂੰ ਮਾਣ ਮਿਲਦਾ ਹੈ, ਇਹ ਦਰ ਐਸਾ ਹੈ। ਇਸ ਕਰਕੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਭਾਈ ਸਿਰ ਢੱਕ ਲਓ, ਭਾਵ ਅਸੀਂ ਤੁਹਾਨੂੰ ਇੱਜ਼ਤ ਦੇ ਰਹੇ ਹਾਂ, ਮਾਣ ਦੇ ਰਹੇ ਹਾਂ, ਰਿਸਪੈਕਟ ਦੇ ਰਹੇ ਹਾਂ, ਭਾਵੇਂ ਕੋਈ ਇਸਤਰੀ ਹੋਵੇ, ਭਾਵੇਂ ਕੋਈ ਪੁਰਸ਼ ਹੋਵੇ। ਇਸ ਕਰਕੇ ਸਿਰ ਢੱਕਣ ਵਾਸਤੇ ਕਹਿਣਾ ਕਿਸੇ ਨੂੰ ਇੱਜ਼ਤ ਦੇਣਾ ਹੈ। ਸਿਰ ਢੱਕਿਆ ਹੋਣਾ ਇੱਜ਼ਤਦਾਰ ਬਣਨਾ ਹੈ। ਇਹ ਇੱਜ਼ਤਦਾਰ ਹੋਣ ਦੀ ਨਿਸ਼ਾਨੀ ਹੈ। ਸਿਰ ਤੋਂ ਪੱਗ ਲੈ ਜਾਣੀ, ਇਹਦਾ ਮਤਲਬ ਆਪਣੀ ਇੱਜ਼ਤ ਨੂੰ ਗਵਾ ਲੈਣਾ ਹੈ। ਇਸ ਕਰਕੇ ਬੀਬੀਆਂ, ਭੈਣਾਂ, ਵੀਰਾਂ ਦਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ, ਕੇਵਲ ਗੁਰਦੁਆਰੇ ਹੀ ਨਹੀਂ, ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਕਿਤੇ ਵੀ ਅਸੀਂ ਹੋਈਏ, ਕੋਸ਼ਿਸ਼ ਕਰੀਏ ਸਾਡਾ ਸਿਰ ਢੱਕਿਆ ਹੋਵੇ, ਸਾਡੇ ਸਿਰ ਦੇ ਉੱਪਰ ਦਸਤਾਰ ਜਾਂ ਚੁੰਨੀ ਇਹ ਜ਼ਰੂਰ ਹੋਵੇ। ਖੈਰ, ਮੈਂ ਜਿਹੜਾ ਗੁਰਬਾਣੀ ਦੇ ਵਿੱਚੋਂ ਇੱਕ ਪੱਖ ਸਾਂਝਾ ਕਰ ਰਿਹਾ ਸਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਇੱਕ ਵਿਲੱਖਣਤਾ ਹੈ
ਕਿ ਇਹਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ। 35 ਦੀ ਥਾਂ ਕਈ ਥਾਵਾਂ ਤੇ ਸ਼ਬਦ 36 ਵੀ ਲਿਖਿਆ ਹੋਇਆ। ਕਈ ਵਾਰ ਸੁਣਨ ਵਾਲੇ ਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਗਿਆਨੀ ਜੀ ਮੈਂ 36 ਪੜ੍ਹਿਆ ਸੀ, ਤੁਸੀਂ 35 ਕਹਿਤਾ। ਦੋਵੇਂ ਪੱਖ ਲਿਖੇ ਨੇ। 36 ਇਸ ਤਰ੍ਹਾਂ ਹੈ, ਜੇ ਭਾਈ ਮਰਦਾਨਾ ਜੀ ਦੀ ਰਚਨਾ ਨੂੰ, ਭਾਵ ਭਾਈ ਮਰਦਾਨਾ ਜੀ ਦੇ ਨਾਂ ਤੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਲੋਕ ਦਰਜ ਕੀਤੇ ਨੇ, ਜਿਹੜੇ ਵਿਦਵਾਨ ਉਹ ਭਾਈ ਮਰਦਾਨਾ ਪਹਿਲਾ ਕਰਕੇ ਜਿਹੜੇ ਸ਼ਲੋਕ ਨੇ ਉਹ ਭਾਈ ਮਰਦਾਨਾ ਜੀ ਦੇ ਮੰਨਦੇ ਨੇ, ਤਾਂ ਫਿਰ ਇਹ 36 ਮਹਾਂਪੁਰਖ ਹੋ ਜਾਂਦੇ। ਪਰ ਕਿਉਂਕਿ ਉਹਦੇ ਵਿੱਚ ਨਾਨਕ ਮੋਹਰ ਛਾਪ ਆਉਂਦੀ ਹੈ, ਇਸ ਕਰਕੇ ਪੰਥ ਦੇ ਬਹੁਤ ਸਾਰੇ ਵਿਦਵਾਨ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਸਤਿਕਾਰ ਵਜੋਂ ਇਹ ਸ਼ਬਦ ਉਚਾਰੇ ਨੇ। ਇਸ ਕਰਕੇ ਨਾਮ ਭਾਈ ਮਰਦਾਨਾ ਜੀ ਦਾ ਸਤਿਕਾਰ ਵਜੋਂ ਗੁਰੂ ਨਾਨਕ ਸਾਹਿਬ ਨੇ ਹੀ ਲਿਖਿਆ ਹੈ, ਕਿਉਂਕਿ ਨਾਨਕ ਮੋਹਰ ਛਾਪ ਕੇਵਲ ਗੁਰੂ ਵਿਅਕਤੀ ਹੀ ਲਾ ਸਕਦਾ ਹੈ। ਗੁਰੂ ਵਿਅਕਤੀ ਤੋਂ ਇਲਾਵਾ ਨਾਨਕ ਮੋਹਰ ਛਾਪ ਲਾਉਣ ਦਾ ਅਧਿਕਾਰ ਕਿਸੇ ਹੋਰ ਨੂੰ ਨਹੀਂ ਹੈ। ਇਸ ਕਰਕੇ ਇਹ ਸ਼ਬਦ ਜਿਹੜੇ ਨੇ ਮਰਦਾਨਾ ਜੀ ਦੇ ਨਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਸ਼ਲੋਕ, ਇਹ ਗੁਰੂ ਨਾਨਕ ਸਾਹਿਬ ਦੇ ਉਚਾਰੇ ਨੇ। ਇਸ ਕਰਕੇ ਜੇ ਗੁਰੂ ਨਾਨਕ ਸਾਹਿਬ ਦੇ ਮੰਨੀਏ ਤੇ ਗਿਣਤੀ 35 ਹੁੰਦੀ ਹੈ, ਤੇ ਜੇ ਅਸੀਂ ਕਹੀਏ ਇਹ ਭਾਈ ਮਰਦਾਨਾ ਜੀ ਦੇ ਉਚਾਰੇ ਆ ਫਿਰ 36। ਇਸ ਕਰਕੇ ਕਿਤੇ 36 ਲਿਖਿਆ ਮਿਲਦਾ ਹੈ ਤੇ ਕਿਤੇ 35 ਲਿਖਿਆ ਮਿਲਦਾ ਹੈ। ਇਹ ਵਿਦਵਾਨਾਂ ਦੇ ਇਹ ਵੱਖਰੇ ਵੱਖਰੇ ਦੋਵੇਂ ਪੱਖ ਨੇ। ਇਹ ਪੰਥ ਦੇ ਵਿਦਵਾਨ ਰਲ ਕੇ ਸੁਲਝਾ ਸਕਦੇ ਨੇ ਕੁਝ ਗੱਲਾਂ। ਦੋਵੇਂ ਪੱਖ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਹੋਏ ਨੇ। ਹੁਣ 35 ਮਹਾਂਪੁਰਖਾਂ ਦੀ ਬਾਣੀ ਹੈ, ਪਰ ਕਮਾਲ ਦੀ ਗੱਲ ਹੈ ਗੁਰਮੁਖੋ, ਅਸੀਂ 4 ਬੰਦੇ ਕਿਤੇ ਇਕੱਠੇ ਹੋਈਏ ਨਾ, ਸਾਡੀ ਚੌਹਾਂ ਦੀ ਵਿਚਾਰ ਨਹੀਂ ਕਦੀ ਆਪਸ ਦੇ ਵਿੱਚ ਮਿਲਦੀ। 4 ਬੰਦੇ ਵੀ ਕਿਸੇ ਗੱਲ ਤੇ ਮਤਾ ਕਰਨਾ ਹੋਵੇ, ਕੋਈ ਫੈਸਲਾ ਕਰਨਾ ਹੋਵੇ, ਤੇ 4 ਬੰਦਿਆਂ ਦੀ ਵਿਚਾਰ ਆਪਸ ਵਿੱਚ ਨਹੀਂ ਮਿਲਦੀ। ਪਰ ਕਿੱਡੀ ਕਮਾਲ ਦੀ ਗੱਲ ਹੈ ਕਿ 35 ਮਹਾਂਪੁਰਖਾਂ ਦੀ ਵਿਚਾਰਧਾਰਾ ਦੇ ਵਿੱਚ ਕਿਤੇ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਕੋਈ ਪੰਜਾਬ ਦੀ ਧਰਤੀ ਦਾ ਜੰਮਪਲ ਹੈ, ਕੋਈ ਬਿਹਾਰ ਦੀ ਧਰਤੀ ਦਾ ਜੰਮਪਲ ਹੈ, ਕੋਈ ਬੰਗਾਲ ਦੀ ਧਰਤੀ ਦਾ ਜੰਮਪਲ ਹੈ, ਕੋਈ ਮਹਾਰਾਸ਼ਟਰ ਦੀ ਧਰਤੀ ਦਾ ਜੰਮਪਲ ਹੈ, ਤੇ ਕੋਈ ਯੂਪੀ ਦੀ ਧਰਤੀ ਦਾ ਜੰਮਪਲ ਹੈ। ਜਿਨ੍ਹਾਂ ਇਲਾਕਿਆਂ ਦੀ ਭਾਸ਼ਾ ਆਪਸ ਵਿੱਚ ਨਹੀਂ ਮਿਲਦੀ, ਖਾਣ ਪੀਣ ਪਹਿਰਾਨ ਇਹ ਵੀ ਆਪਸ ਦੇ ਵਿੱਚ ਨਹੀਂ ਮਿਲਦਾ, ਬਹੁਤ ਸਾਰੀਆਂ ਚੀਜ਼ਾਂ ਦਾ ਅੰਤਰ ਹੈ, ਡਿਫਰੈਂਸ ਹੈ। ਪਰ ਇਹਨਾਂ ਡਿਫਰੈਂਸ ਹੋਣ ਦੇ ਬਾਵਜੂਦ ਵੀ ਵਿਚਾਰਧਾਰਾ ਦੇ ਪੱਖੋਂ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ। ਜੇ ਕਿਤੇ ਫਰਕ ਲੱਗਦਾ ਹੈ ਸਾਨੂੰ ਕਿ ਗੁਰੂ ਨਾਨਕ ਸਾਹਿਬ ਨੇ ਗੱਲ ਕੁਝ ਹੋਰ ਕਹੀ, ਭਗਤ ਸਾਹਿਬਾਂ ਨੇ ਕੁਝ ਹੋਰ ਕਹੀ, ਇਹਦਾ ਮਤਲਬ ਹੈ ਸਾਡੇ ਸਮਝਣ ਦੇ ਵਿੱਚ ਫਰਕ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਭਗਤਾਂ ਦੀ ਬਾਣੀ ਲਿਖੀ ਹੈ, ਸਭ ਤੋਂ ਪਹਿਲਾਂ ਸਾਹਿਬ ਨੇ ਇਹ ਮੰਗਲ ਦਰਜ ਕੀਤਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਜਿਹੜਾ ਮੰਗਲ ਹੈ, ਇਹ ਬਾਰ-ਬਾਰ ਇੱਕ ਗੱਲ ਦ੍ਰਿੜ ਕਰਾਉਂਦਾ ਹੈ, ਭਾਵੇਂ ਭਗਤਾਂ ਦੇ ਮੁਖ ਤੋਂ ਬਚਨ ਉਚਾਰੇ ਨੇ, ਭਾਵੇਂ ਗੁਰੂ ਸਾਹਿਬਾਨਾਂ ਦੇ ਮੁਖ ਚੋਂ ਬਚਨ ਉਚਾਰੇ ਨੇ, ਭਾਵੇਂ ਭੱਟ ਸਾਹਿਬਾਨ ਦੇ ਮੁਖ ਚੋਂ ਬਚਨ ਉਚਰੇ ਗਏ ਨੇ, ਤੇ ਭਾਵੇਂ ਗੁਰਸਿੱਖਾਂ ਦੇ ਮੁਖ ਤੋਂ ਬਚਨ ਉਚਾਰੇ ਗਏ ਨੇ। ਇੱਥੇ ਉਚਾਰਨ ਕਰਨ ਵਾਲਿਆਂ ਦਾ ਫਰਕ ਹੋ ਸਕਦਾ ਹੈ, ਕੋਈ ਵੱਖਰੇ ਇਲਾਕੇ ਦਾ ਹੋਵੇ, ਭਾਸ਼ਾ ਦਾ ਫਰਕ ਹੋ ਸਕਦਾ ਹੈ, ਪਰ ਜਿਹੜੀ ਸੋਚ ਹੈ, ਜਿਹੜੀ ਵਿਚਾਰ ਹੈ, ਉਹਦੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਡਿਫਰੈਂਸ ਨਹੀਂ। ਉਹੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹੀ ਬਾਬਾ ਫਰੀਦ ਜੀ ਕਹਿੰਦੇ ਨੇ, ਉਹੀ ਗੱਲ ਭਗਤ ਕਬੀਰ ਜੀ ਕਹਿੰਦੇ ਨੇ, ਉਹੀ ਭੱਟ ਸਾਹਿਬਾਨ ਆਖਦੇ ਨੇ, ਉਹੀ ਗੁਰਸਿੱਖ ਜਿਨ੍ਹਾਂ ਦੀ ਬਾਣੀ ਦਰਜ ਹੈ, ਉਹੀ ਇੱਕੋ ਗੱਲ ਕਹਿੰਦੇ ਨੇ। ਕਿਤੇ ਵੀ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਬਾਬਾ ਫਰੀਦ ਜੀ ਨੇ ਇੱਕ ਵਾਰ 4 ਸਵਾਲ ਲਿਖ ਕਰਕੇ ਦੁਨੀਆ ਦੇ 700 ਫਕੀਰਾਂ ਨੂੰ ਭੇਜੇ। 700 ਫਕੀਰਾਂ ਨੂੰ 4 ਸਵਾਲ ਲਿਖ ਕੇ ਭੇਜੇ, ਜਿਹੜੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੇ ਰਹਿੰਦੇ ਸਨ। ਉਹਨਾਂ 4 ਸਵਾਲਾਂ ਦੇ ਵਿੱਚੋਂ ਸੀ ਕਿ ਦੁਨੀਆ ਦੇ ਵਿੱਚ ਸਭ ਤੋਂ ਅਕਲਮੰਦ ਕੌਣ ਹੈ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਕੌਣ ਹੈ, ਦੂਸਰਾ ਸਵਾਲ ਸੀ। ਤੀਸਰਾ ਦੁਨੀਆ 'ਚ ਸਭ ਤੋਂ ਅਮੀਰ ਕੌਣ ਹੈ, ਤੇ ਚੌਥਾ ਸਵਾਲ ਸੀ ਦੁਨੀਆ 'ਚ ਸਭ ਤੋਂ ਗਰੀਬ ਕੌਣ ਹੈ। ਹੁਣ ਸੰਗਤ ਜੀ 4 ਸਵਾਲ ਨੇ। ਦੁਨੀਆ 'ਚ ਸਭ ਤੋਂ ਅਕਲਮੰਦ ਕੌਣ ਹੈ, ਪਹਿਲਾ ਸਵਾਲ। ਦੂਜਾ ਸਵਾਲ ਦੁਨੀਆ 'ਚ ਸਭ ਤੋਂ ਵੱਡਾ ਕੌਣ ਹੈ। ਤੀਜਾ ਸਵਾਲ ਸੀ ਦੁਨੀਆ 'ਚ ਸਭ ਤੋਂ ਅਮੀਰ ਕੌਣ ਹੈ, ਤੇ ਦੁਨੀਆ 'ਚ ਸਭ ਤੋਂ ਗਰੀਬ ਕੌਣ ਹੈ। 4 ਸਵਾਲ ਭੇਜੇ 700 ਫਕੀਰਾਂ ਨੂੰ ਬਾਬਾ ਫਰੀਦ ਜੀ ਨੇ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਜੇ ਕੋਈ ਪੁੱਛੇ ਕਿ ਕਿੱਥੋਂ ਗਿਆਨੀ ਜੀ ਤੁਸੀਂ ਲਿਖੇ ਬੋਲ ਰਹੇ ਜੇ, ਮੈਂ ਸੋਰਸ ਵੀ ਉਹਦਾ ਤੁਹਾਡੇ ਸਾਹਮਣੇ ਰੱਖ ਦਿੱਤਾ। ਉਹ ਕਮਾਲ ਦੀ ਗੱਲ ਹੋਈ ਜਦੋਂ 4 ਸਵਾਲਾਂ ਦੇ ਆਨਸਰ ਆਏ ਨਾ। ਸੰਗਤ ਜੀ ਆਵਾਜ਼ ਆ ਰਹੀ ਨਾ ਸਾਰਿਆਂ ਕੋਲ? ਜੇ ਹੱਥ ਨਾ ਐ ਕਰਕੇ ਦੱਸ ਦਿਓ ਜੀ ਆਵਾਜ਼ ਆ ਰਹੀ ਹੈ ਗਿਆਨੀ ਜੀ ਤੁਹਾਡੀ। ਠੀਕ ਹੈ ਜੀ।
ਦਾਤਕ ਸਿੰਘ ਸਾਹਿਬ ਸਾਡੇ ਨਾਲ ਜੁੜ ਰਹੇ। ਮੈਂ ਕੁਝ ਗੁਰਮਤਿ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਉਹ 4 ਸਵਾਲਾਂ ਦੇ ਆਨਸਰ 700 ਫਕੀਰਾਂ ਨੇ ਭੇਜੇ ਤੇ ਜਿਹੜਾ ਆਨਸਰ ਸੀ ਨਾ, ਸਾਰਿਆਂ ਨੇ ਸੇਮ ਆਨਸਰ ਭੇਜਿਆ, ਕਿਸੇ ਵਿੱਚ ਵੀ ਕੋਈ ਅੰਤਰ ਨਹੀਂ ਸੀ, ਕੋਈ ਡਿਫਰੈਂਸ ਨਹੀਂ ਸੀ। ਉਹ ਇਲਾਕੇ ਵੱਖਰੇ ਸੀ, ਭਾਸ਼ਾ ਵੱਖਰੀ ਸੀ, ਰਹਿਣ ਦਾ ਸਹਿਣ ਦਾ ਢੰਗ ਵੱਖਰਾ ਸੀ, ਅਲੱਗ-ਅਲੱਗ ਜਗ੍ਹਾ 'ਚ ਰਹਿੰਦੇ ਸੀ, ਆਪਸ 'ਚ ਕਦੀ ਮਿਲੇ ਨਹੀਂ ਸੀ, ਪਰ ਉਹਨਾਂ 700 ਫਕੀਰਾਂ ਦਾ ਆਨਸਰ ਸੇਮ ਸੀ, ਇੱਕੋ ਹੀ ਆਨਸਰ ਸੀ, ਕੋਈ ਆਨਸਰ ਵਿੱਚ ਫਰਕ ਨਹੀਂ। 4 ਸਵਾਲਾਂ ਚੋਂ ਪਹਿਲਾ ਸਵਾਲ ਸੀ, ਸਭ ਤੋਂ ਅਕਲਮੰਦ ਕਿਹੜਾ ਹੈ, ਸਿਆਣਾ ਕੌਣ ਹੈ, ਕਿਹੜਾ ਹੈ? ਕਹਿੰਦੇ ਦੁਨੀਆ 'ਚ ਸਭ ਤੋਂ ਸਿਆਣਾ ਉਹ ਹੈ ਜਿਹਨੂੰ ਇਹ ਸਮਝ ਆ ਗਈ ਕਿ ਮੈਂ ਜਗਤ ਵਿੱਚ ਸਦਾ ਨਹੀਂ ਰਹਿਣਾ, ਇਹ ਸਾਰਾ ਜਗਤ ਬਿਨਸਨਹਾਰ ਹੈ, ਮੈਂ ਵੀ ਇਸ ਜਗਤ ਵਿੱਚ ਸਦਾ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਮੈਂ ਵੀ ਇਸ ਸੰਸਾਰ ਤੋਂ ਚਲਿਆ ਜਾਣਾ। ਉਹ ਅਕਲਮੰਦ ਹੈ, ਦੁਨੀਆ 'ਚ ਸਭ ਤੋਂ ਸਿਆਣਾ ਹੈ। ਦੂਜਾ ਸਵਾਲ ਸੀ, ਦੁਨੀਆ 'ਚ ਸਭ ਤੋਂ ਵੱਡਾ ਕੌਣ ਹੈ? ਕਿਸੇ ਨੂੰ ਵੱਡਾ ਲੰਬਾਈ ਕਰਕੇ ਜਾਣਿਆ ਜਾਂਦਾ ਹੈ, ਕਿਸੇ ਨੂੰ ਵੱਡਾ ਉਹਦੇ ਅਹੁਦੇ ਜਾਂ ਪਦਵੀ ਕਰਕੇ ਜਾਣਿਆ ਜਾਂਦਾ, ਇਹਦੀ ਪਦਵੀ ਵੱਡੀ ਹੈ ਜਾਂ ਅਹੁਦਾ ਵੱਡਾ ਹੈ। ਹਰ ਬੰਦੇ ਦੇ ਆਪਣੇ ਆਪਣੇ ਪੈਮਾਨੇ ਨੇ, ਇਹ ਬੰਦਾ ਵੱਡਾ ਹੈ ਜਾਂ ਇਹ ਤਕੜਾ ਹੈ, ਆਪਣੇ ਆਪਣੇ ਪੈਮਾਨੇ ਹਰ ਇੱਕ ਨੇ ਮੰਨੇ ਹੋਏ ਨੇ। ਪਰ ਕਮਾਲ ਦੀ ਗੱਲ ਸੰਗਤ ਜੀ, ਉਹ ਸਵਾਲ ਦਾ ਉੱਤਰ ਸੀ ਕਿ ਦੁਨੀਆ 'ਚ ਸਭ ਤੋਂ ਵੱਡਾ ਕੌਣ ਹੈ? ਇਹਦਾ ਆਨਸਰ ਦਿੱਤਾ ਗਿਆ ਕਿ ਦੁਨੀਆ 'ਚ ਸਭ ਤੋਂ ਵੱਡਾ ਉਹ ਹੈ ਜਿਹੜਾ ਖੁਸ਼ੀ ਤੇ ਗਮੀ ਦੇ ਵਿੱਚ ਇੱਕ ਸਮਾਨ ਅਵਸਥਾ 'ਚ ਰਹਿੰਦਾ ਹੈ। ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਖੁਸ਼ੀ ਵਿੱਚ ਬਹੁਤਾ ਉਛਲਦਾ ਨਹੀਂ ਤੇ ਗਮੀ ਦੇ ਵਿੱਚ ਬਹੁਤਾ ਝੂਰਦਾ ਨਹੀਂ, ਜਿਹਦੇ ਮਨ ਵਿੱਚ ਖੁਸ਼ੀ ਤੇ ਗਮੀ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਇੱਕ ਅਵਸਥਾ 'ਚ ਰਹਿੰਦਾ ਹੈ। ਕਹਿੰਦੇ ਉਸ ਤੋਂ ਵੱਡਾ ਕੋਈ ਨਹੀਂ ਹੈ ਦੁਨੀਆ ਵਿੱਚ। ਦੁਨੀਆ 'ਚ ਸਭ ਤੋਂ ਵੱਡਾ ਉਹੀ ਹੈ, ਖੁਸ਼ੀ ਗਮੀ ਦੇ ਵਿੱਚ ਇੱਕ ਸਮਾਨ ਅਵਸਥਾ ਦੇ ਵਿੱਚ ਰਹਿੰਦਾ ਹੈ। ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਹਨੇ ਰੱਬ ਨਾਲ ਸੁਰਤ ਜੋੜੀ ਹੋਈ ਹੈ ਤੇ ਅੰਦਰੋਂ ਸਹਿਜ ਦੀ ਅਵਸਥਾ ਕਰਕੇ ਇੱਕਮਿਕ ਹੋਇਆ ਹੈ ਪ੍ਰਮਾਤਮਾ ਨਾਲ, ਖੁਸ਼ੀ ਤੇ ਗਮੀ ਵਿੱਚ ਡੋਲਦਾ ਨਹੀਂ, ਘਬਰਾਉਂਦਾ ਨਹੀਂ, ਉਹ ਦੁਨੀਆ 'ਚ ਸਭ ਤੋਂ ਵੱਡਾ ਹੈ। ਤੀਸਰਾ ਸਵਾਲ ਸੀ ਕਿ ਦੁਨੀਆ 'ਚ ਸਭ ਤੋਂ ਅਮੀਰ ਕੌਣ ਹੈ? ਸਭ ਤੋਂ ਅਮੀਰ ਬੰਦਾ ਕਿਹੜਾ ਸੀ? ਤੇ ਕਹਿੰਦੇ ਜੀ ਇਹਦੇ ਕੋਲ ਪ੍ਰਾਪਰਟੀ ਜ਼ਿਆਦਾ ਹੈ। ਅੱਜ ਆਈਫੋਨ ਦਾ ਜਿਹੜਾ ਬਣਾਉਣ ਵਾਲਾ ਹੈ, ਅਸੀਂ ਉਹਨੂੰ ਜਾਂ ਫੇਸਬੁੱਕ ਵਾਲੇ ਨੂੰ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਕੰਪਨੀਆਂ ਚਲਾਉਣ ਵਾਲੇ ਨੂੰ ਅਮੀਰਾਂ 'ਚ ਗਿਣਦੇ। ਇੰਡੀਆ ਦੇ ਵਿੱਚ ਅੰਬਾਨੀ ਬ੍ਰਦਰਸ ਨੂੰ ਅਮੀਰਾਂ ਦੀ ਗਿਣਤੀ ਵਿੱਚ ਗਿਣਿਆ ਜਾਂਦਾ ਹੈ, ਜਾਂ ਹੋਰ ਕਈ ਪਰਿਵਾਰ ਨੇ, ਇਹ ਬੜੇ ਅਮੀਰ ਮੰਨੇ ਜਾਂਦੇ। ਪਰ ਦੁਨੀਆ 'ਚ ਸਭ ਤੋਂ ਅਮੀਰ ਕੌਣ ਹੈ? ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹ ਹੈ, ਉਹਦਾ ਆਨਸਰ 700 ਫਕੀਰਾਂ ਨੇ ਲਿਖ ਕੇ ਭੇਜਿਆ ਕਿ ਸਭ ਤੋਂ ਅਮੀਰ ਹੈ ਜਿਹੜੇ ਅੰਦਰ ਸੰਤੋਖ ਹੈ। ਸੰਤੋਖੀ ਤੋਂ ਵੱਡਾ ਕੋਈ ਅਮੀਰ ਨਹੀਂ ਹੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਸਾਜੈ। ਕਿਉਂਕਿ ਜਿਹੜਾ ਸੰਤੋਖੀ ਹੈ ਨਾ, ਸੰਤੋਖ ਵਰਗੀ ਦੁਨੀਆ 'ਚ ਕੋਈ ਦੌਲਤ ਨਹੀਂ, ਤੇ ਸੰਤੋਖੀ ਤੋਂ ਜ਼ਿਆਦਾ ਕੋਈ ਅਮੀਰ ਕੋਈ ਨਹੀਂ ਹੈ। ਸੰਤੋਖੀ ਹੀ ਅਸਲ ਵਿੱਚ ਸਭ ਤੋਂ ਅਮੀਰ ਬੰਦਾ ਹੈ। ਤੇ ਚੌਥਾ ਸਵਾਲ ਸੀ, ਦੁਨੀਆ ਦਾ ਸਭ ਤੋਂ ਗਰੀਬ ਬੰਦਾ ਕੌਣ ਹੈ? ਸਰਕਾਰਾਂ ਦੇ ਆਪਣੇ ਆਪਣੇ ਪੈਮਾਨੇ ਨੇ ਕਿ ਇਹ ਗਰੀਬ ਨੇ, ਇਹ ਕਿਸ ਤਰ੍ਹਾਂ ਨੇ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਰਾਸ਼ਨ ਕਾਰਡ ਬਣਦੇ ਨੇ ਗਰੀਬਾਂ ਵਾਸਤੇ, ਜਦੋਂ ਚੈਕਿੰਗ ਹੁੰਦੀ ਹੈ ਤੇ ਪਤਾ ਲੱਗਦਾ ਜਿਨ੍ਹਾਂ ਨੂੰ ਮਿਲਣੇ ਚਾਹੀਦੇ ਸੀ ਉਹਨਾਂ ਨੂੰ ਤਾਂ ਮਿਲੇ ਹੀ ਨਹੀਂ, ਤੇ ਜਿਨ੍ਹਾਂ ਦੇ ਘਰ ਸਭ ਕੁਝ ਹੈ ਰਾਸ਼ਨ ਕਾਰਡ ਉਹਨਾਂ ਦੇ ਨਾਂ ਤੇ ਬਣੇ ਹੋਏ ਨੇ। ਐਸੀਆਂ ਵੀ ਹੇਰਾ ਫੇਰੀਆਂ ਹੋ ਜਾਂਦੀਆਂ। ਪਰ ਦੁਨੀਆ 'ਚ ਸਭ ਤੋਂ ਗਰੀਬ ਕੌਣ ਹੈ? ਇਹ 700 ਫਕੀਰਾਂ ਨੇ ਆਨਸਰ ਭੇਜਿਆ ਕਿ ਤ੍ਰਿਸ਼ਨਾਲੂ ਬੰਦਾ, ਲਾਲਚੀ ਬੰਦਾ, ਹਿਰਸੀ ਬੰਦਾ, ਇਹ ਦੁਨੀਆ ਦਾ ਸਭ ਤੋਂ ਗਰੀਬ ਬੰਦਾ। ਇਹ 4 ਸਵਾਲ 700 ਫਕੀਰਾਂ ਨੂੰ ਭੇਜੇ, ਉਹ 700 ਫਕੀਰਾਂ ਨੇ ਆਨਸਰ ਇੱਕੋ ਜਿਹੇ ਦਿੱਤੇ। ਹੈਰਾਨੀ ਦੀ ਗੱਲ ਸੀ ਤੇ ਕਮਾਲ ਦੀ ਗੱਲ ਹੈ ਗੁਰਮੁਖੋ ਕਿ ਉਹ 700 ਨੇ 4 ਸਵਾਲਾਂ ਦੇ ਆਨਸਰ ਸੇਮ ਕਿਉਂ ਦਿੱਤੇ? ਕਿਉਂਕਿ ਉਹਨਾਂ ਦੇ ਵਿਚਾਰ ਦਾ ਸੋਰਸ ਇੱਕ ਸੀ, ਗਿਆਨ ਦਾ ਸੋਰਸ ਇੱਕ ਸੀ। ਜਦੋਂ ਸੋਰਸ ਇੱਕ ਹੋਵੇ, ਗਿਆਨ ਦਾ ਸੋਰਸ ਇੱਕ ਹੋਵੇ, ਉਸਤਾਦ ਉਹਨਾਂ ਦਾ ਇੱਕ ਹੋਵੇ, 700 ਦੀ ਥਾਂ ਤੇ 1400 ਹੁੰਦੇ, 1400 ਦੀ ਥਾਂ 14 ਲੱਖ ਭਾਵੇਂ ਕਰੋੜਾਂ ਵੀ ਹੁੰਦੇ, ਜਿਨ੍ਹਾਂ ਦਾ ਉਸਤਾਦ ਇੱਕ ਹੈ, ਇੱਕ ਉਸਤਾਦ ਤੋਂ ਸਿੱਖੇ ਸੀ, ਉਸ ਸਿੱਖਿਆ ਨੂੰ ਅਮਲ ਵਿੱਚ ਰੱਖਣ ਵਾਲਿਆਂ ਦੀ ਫਿਰ ਵਿਚਾਰ ਵਿੱਚ, ਸੋਚ ਵਿੱਚ ਕੋਈ ਅੰਤਰ ਨਹੀਂ ਪੈਂਦਾ। ਇਸੇ ਕਰਕੇ ਗੁਰੂ ਸਾਹਿਬ ਨੇ ਇਹ ਗੱਲ ਸਮਝਾਤੀ, ਸਿੱਖਾ ਭਾਵੇਂ ਤੂੰ ਇੰਗਲੈਂਡ 'ਚ ਰਹਿਣਾ ਹੈ, ਭਾਵੇਂ ਅਮਰੀਕਾ 'ਚ ਰਹਿਣਾ ਹੈ, ਭਾਵੇਂ ਪੰਜਾਬ 'ਚ ਰਹਿਣਾ ਹੈ, ਭਾਵੇਂ ਗੁਜਰਾਤ ਵਿੱਚ ਰਹਿਣਾ ਹੈ, ਭਾਵੇਂ ਬਿਹਾਰ 'ਚ ਰਹਿਣਾ ਹੈ, ਭਾਵੇਂ ਤੂੰ ਯੂਪੀ 'ਚ ਰਹਿਣਾ ਹੈ, ਭਾਵੇਂ ਮੱਧ ਪ੍ਰਦੇਸ਼ 'ਚ ਕਿਤੇ ਵੀ ਰਹਿਣਾ ਹੋਵੇ, ਜਦੋਂ ਤੈਨੂੰ ਇਹ ਗੱਲ ਸਮਝ ਆ ਗਈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਗੁਰੂ ਤੇਰਾ ਇੱਕ ਹੈ, ਤੇ ਉਹ ਗੁਰੂ ਹੈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ
ਤੇ ਜਦੋਂ ਤੂੰ ਇਸ ਬਾਣੀ ਦੇ ਲੜ ਲੱਗ ਜਾਏਗਾ, ਇਸ ਬਾਣੀ ਦੀ ਵਿਚਾਰ ਦੇ ਨਾਲ ਜੁੜ ਜਾਏਗਾ ਸਿੱਖਾ, ਫਿਰ ਤੂੰ ਆਪਸ ਦੇ ਵਿੱਚ ਵੀ ਜਿਹੜੇ ਤੇਰੇ ਵਿਤਕਰੇ ਨੇ, ਵਿਚਾਰਧਾਰਾ ਕਰਕੇ ਜਿਹੜੇ ਫਰਕ ਨੇ, ਉਹ ਮੁੱਕ ਜਾਣਗੇ। ਅੱਜ ਜਿੰਨੇ ਕੁ ਫਰਕ ਨੇ ਸਾਡੇ ਆਪਸ ਦੇ ਵਿੱਚ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਗੁਰੂ ਆਪਣੇ ਵੱਖਰੇ ਵੱਖਰੇ ਬਣਾ ਲਏ। ਕੋਈ ਕਿਸੇ ਧੜੇ ਨਾਲ ਜੁੜ ਗਿਆ, ਕੋਈ ਕਿਸੇ ਪਾਸੇ ਨਾਲ ਜੁੜ ਗਿਆ। ਆ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਵਾਲਾ ਪੱਖ ਜਿਹੜਾ ਹੈ, ਅਸੀਂ ਇਹਨੂੰ ਪੂਰੀ ਤਰੀਕੇ ਨਾਲ ਸਮਝ ਨਾ ਸਕੇ। ਸੋ ਗੁਰਬਾਣੀ ਦੀ ਸੰਥਿਆ ਇਹ ਇੱਕ ਉਪਰਾਲਾ ਹੈ ਕਿ ਇਸ ਸੰਥਿਆ ਦੇ ਰਾਹੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਸਮਝ ਵਿੱਚ ਆ ਜਾਏ। ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰਧਾਰਾ ਸਾਨੂੰ ਸਮਝ ਆ ਜਾਏਗੀ ਨਾ ਸੰਗਤ ਜੀ, ਆ ਸਾਡੇ ਸਾਰੇ ਆਪਸ ਦੇ ਵਿਤਕਰੇ ਜਿਹੜੇ ਨੇ ਉਹ ਖਤਮ ਹੋ ਜਾਣ। ਜਦੋਂ ਅਸੀਂ ਕਿਸੇ ਬੰਦੇ ਨਾਲ ਜੁੜਾਂਗੇ, ਕਿਸੇ ਸ਼ਖਸ ਨਾਲ ਜੁੜਾਂਗੇ, ਸਾਡੇ 'ਚ ਵੱਖਰੇਵੇਂ ਰਹਿਣਗੇ। ਪਰ ਜਿੱਦਣ ਪੂਰਨ ਰੂਪ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਸਮਰਪਿਤ ਹੋ ਜਾਾਂਗੇ, ਸੁਰਤ ਤੇ ਸ਼ਬਦ ਦਾ ਮੇਲ ਹੋ ਜਾਏਗਾ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਗੁਰੂ ਸਾਹਿਬ ਨੇ ਕਿਹਾ ਸੀ। ਸੁਰਤ ਤੇ ਸ਼ਬਦ ਦਾ ਜਦੋਂ ਮੇਲ ਹੋ ਗਿਆ, ਸਾਡੀ ਸੁਰਤ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਤੇ ਫਿਰ ਇਹ ਸਾਰੇ ਵੱਖਰੇਵੇਂ ਤੇ ਅੰਤਰ ਵੀ ਖਤਮ ਹੋ ਜਾਣਗੇ। ਸਾਡੀ ਉਡੀਕ ਵੀ ਖਤਮ ਹੋ ਚੁੱਕੀ ਹੈ। ਗਿਆਨੀ ਪਰਮਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਸਾਡੇ ਨਾਲ ਜੁੜ ਚੁੱਕੇ ਹੋਏ ਨੇ। ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਕਿਉਂਕਿ ਆਪ ਜੀ ਨੂੰ ਬੇਨਤੀ ਕੀਤੀ ਸੀ ਸੋਧਰ ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਦੀ ਬਾਣੀ ਦੀ ਆਪਾਂ ਸੰਥਿਆ ਕਰਨੀ ਹੈ। ਸੋ ਜਿੰਨੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਨਾ ਸਾਧ ਸੰਗਤ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਆਪਣੇ ਕੋਲ ਰੱਖੋ, ਤੇ ਜਿਹਦਾ ਆਪਾਂ ਵਾਰੀ-ਵਾਰੀ ਨਾਂ ਲਈ ਚੱਲਾਂਗੇ, ਆਪ ਜੀ ਨੇ ਉਸੇ ਹਿਸਾਬ ਦੇ ਨਾਲ ਪਾਠ ਅੱਗੇ ਕਰਦੇ ਚੱਲਣਾ। ਜਿਹਦਾ ਆਪਾਂ ਨਾਂ ਲਵਾਂਗੇ, ਨਾਲ ਨਾਲ ਜਿੱਥੇ ਬੋਰਡ ਤੇ ਸਮਝਾਉਣ ਦੀ ਲੋੜ ਪਏਗੀ, ਤੇ ਗਿਆਨੀ ਜੀ ਨੂੰ ਮੈਂ ਬੇਨਤੀ ਕਰਕੇ ਅੱਗੇ ਬੋਰਡ ਦੇ ਉੱਪਰ ਉਹ ਵਿਚਾਰ ਜਿਹੜੀ ਹੈ ਉਹ ਨਾਲ ਨਾਲ ਗਿਆਨੀ ਜੀ ਸਮਝਾਈ ਵੀ ਜਾਣਗੇ। ਸੋ ਮੈਂ ਇਹ ਬੇਨਤੀ ਕਰਾਂਗਾ, ਗਿਆਨੀ ਪਰਮਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਹਮਣੇ ਸੀਟ ਤੇ ਆ ਜਾਓ, ਸੰਗਤ ਨਾਲ ਵਿਚਾਰ 2 ਮਿੰਟ ਰੱਖੋ, ਤੇ ਨਾਲ ਹੀ ਆਪਾਂ ਸੰਗਤ ਨੂੰ ਬੇਨਤੀ ਕਰ ਦਿੰਦੇ ਹਾਂ। ਆਓ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਗਿਆਨੀ ਪਰਮਿੰਦਰ ਸਿੰਘ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਤੇ ਗਿਆਨੀ ਪਰਮਿੰਦਰ ਸਿੰਘ ਜੀ ਹੁਣਾਂ ਨੇ ਇਹ ਕਿਰਪਾ ਕੀਤੀ ਹੈ, ਤੇ ਇਹ ਕਲਾਸ ਜਿਹੜੀ ਉਹਨਾਂ ਦੇ ਉਦਮ ਉਪਰਾਲੇ ਰਾਹੀਂ ਆਰੰਭ ਹੋਈ ਹੈ। ਤੇ ਜਿੱਥੋਂ ਸਿੰਘ ਸਾਹਿਬ ਜੀ ਆਪ ਜੀ ਨੂੰ ਆਦੇਸ਼ ਕਰਨਗੇ, ਮੈਂ ਸਭ ਤੋਂ ਪਹਿਲਾਂ ਬੱਚੀ ਮਨਦੀਪ ਕੌਰ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਗੁਰਬਾਣੀ ਦਾ ਪਾਠ ਜਿਹੜਾ ਹੈ ਆਰੰਭ ਕਰਨਗੇ। ਉਸ ਤੋਂ ਬਾਅਦ ਵਾਰੀ-ਵਾਰੀ ਸੰਗਤਾਂ ਨੂੰ ਆਪਾਂ ਬੇਨਤੀ ਕਰਦੇ ਚੱਲਾਂਗੇ। ਸੋ ਨਾਲ ਹੀ ਦਾਸ ਬੋਰਡ ਵੀ ਜਿਹੜਾ ਹੈ ਸਟਾਰਟ ਕਰ ਰਿਹਾ ਹੈ। ਆਪ ਜੀ ਗੁਰਫਤਿਹ ਦੀ ਸਾਂਝ ਪਾ ਕੇ ਸੰਗਤਾਂ ਨੂੰ ਕੁਝ ਵਿਚਾਰਾਂ ਤੇ ਜਿੱਥੋਂ ਆਪ ਜੀ ਨੇ ਪਾਠ ਆਰੰਭ ਕਰਾਉਣਾ ਹੈ ਉਹ ਆਪ ਜੀ ਨੇ ਦੱਸਣ ਦੀ ਕਿਰਪਾਲਤਾ ਕਰਨੀ ਜੀ। ਗਿਆਨੀ ਪਰਮਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੋਦਰ ਰਹਿਰਾਸ ਸਾਹਿਬ ਜੀ ਦਾ ਜਿਹੜਾ ਪਾਠ ਹੈ ਉਹ ਆਰੰਭ ਹੋਣਾ ਹੈ, ਇਹਦੀ ਸੰਥਿਆ ਆਰੰਭ ਹੋਣੀ ਹੈ। ਇਹ ਜੋ ਹਰ ਗੁਰਸਿੱਖ ਦੇ ਸ਼ਾਮ ਦੇ ਸਮੇਂ ਪੜ੍ਹੀ ਜਾਣ ਵਾਲੀ ਨਿਤਨੇਮ ਦੀ ਬਾਣੀ ਹੈ, ਔਰ ਇਸ ਬਾਣੀ ਦਾ ਜਿਹੜਾ ਜ਼ਿਕਰ ਹੈ ਆਪਾਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਉਂਦਾ ਹੈ। 9 ਸ਼ਬਦ ਜਿਹੜੇ ਨੇ, ਜਿਹੜੇ ਸਿੱਖ ਰਹਿਤ ਵੈਦਾ 'ਚ ਸਾਨੂੰ ਦਰਸਾਏ ਨੇ ਨਾ ਗੁਰੂ ਪੰਥ ਨੇ, ਕਿ ਪਹਿਲੇ 9 ਸ਼ਬਦ ਜਿਹੜੇ ਸੋਦਰ ਤੋਂ ਆਰੰਭ ਹੋ ਕੇ ਤੇ ਸਰਨ ਪਰੇ ਕੀ ਰਾਖ ਹੋ ਸਰਮਾ ਤੱਕ ਚੱਲਦੇ ਨੇ। ਇਹ 9 ਸ਼ਬਦ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਗੁਰੂ ਪੰਥ ਨੇ ਵਿੱਚ ਦਸਮ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕੀਤੀ ਹੈ। ਚੌਪਈ ਸਾਹਿਬ, ਸਵਈਆ, ਦੋਹਰਾ ਤੇ ਆਨੰਦ ਸਾਹਿਬ ਦੀਆਂ 6 ਪੌੜੀਆਂ, ਫਿਰ ਮੁੰਦਾਵਣੀ ਮਹੱਲਾ 5 ਤੇ ਸ਼ਲੋਕ ਮਹੱਲਾ 5। ਇਹ ਆਪਾਂ ਅੱਜ ਇਹਦੀ ਰਹਿਰਾਸ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਕਰਨੀ ਹੈ, ਇਹਦੀ ਸੰਥਿਆ ਆਰੰਭ ਹੋਣੀ ਹੈ। ਤੇ ਆਪ ਜੀ ਨੂੰ ਬੇਨਤੀ ਹੈ ਕਿ ਤੁਹਾਡੇ ਵਿੱਚੋਂ ਕੋਈ ਵੀ ਵੀਰ ਜਾਂ ਭੈਣ ਮਨਦੀਪ ਕੌਰ ਜੀ ਨੂੰ ਬੇਨਤੀ ਹੈ ਕਿ ਉਹ ਬਾਣੀ ਦਾ ਪਾਠ ਆਰੰਭ ਕਰਨ। ਜਿੱਥੇ ਆਪਾਂ ਨੂੰ ਜ਼ਰੂਰਤ ਮਹਿਸੂਸ ਹੋਏਗੀ ਆਪਾਂ ਰੁਕ ਕੇ ਉਚਾਰਨ ਸੰਬੰਧੀ ਵਿਚਾਰ ਜਿਹੜੀ ਹੈ ਉਹ ਸਾਂਝੀ ਕਰ ਲਵਾਂਗੇ। ਹਾਂਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ।
जन नानक ऐसा हर सेवया, अंत लय छडाया। सलोक महला पहला। धन एक ओंकार सतगुर प्रसाद। ਕਿੱਥੇ ਰੁਕ सलोक महला पहला। ਅੱਗੇ ਦੂਜੇ ਨੂੰ ਕਰਾ ਦਿਓ। ਹਾਂ ਜਸਲੀਨ ਕੌਰ ਜੀ ਅੱਗੇ ਤੁਸੀਂ ਪਾਠ ਕਰੋ। ਮਾਈਕ ਖੋਲੋ। ਹਾਂਜੀ, ਤੁਹਾਡੀ ਆਵਾਜ਼ ਨਹੀਂ ਆਈ ਜਸਲੀਨ ਕੌਰ ਜੀ। ਵਾਹਿਗੁਰੂ ਜੀ ਹੁਣ ਆ ਰਹੀ ਹੈ। ਹਾਂਜੀ ਹਾਂਜੀ, ਕਰੋ ਪਾਠ। ਰਹਿਰਾਸ ਸਾਹਿਬ ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਧਾਮ ਨਾ ਹੋਏ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਦੇਖੋ ਬਲਹਾਰੀ ਇਹ ਜਿਹੜੇ ਆਰੰਭਕ ਸ਼ਬਦ ਤੁਸੀਂ ਪੜ੍ਹ ਰਹੇ ਹੋ ਨਾ, ਸੋਦਰ ਬਾਣੀ ਦੇ ਪਾਠ ਤੋਂ ਆਰੰਭਕ ਜਿਹੜਾ ਪਹਿਲਾ ਸ਼ਬਦ ਜਿਹੜੇ ਸਾਨੂੰ ਗੁਟਕਿਆਂ 'ਚ ਲਿਖੇ ਮਿਲਦੇ ਨੇ, ਇਹਦੇ ਵਿੱਚ ਇਹ ਜਿਹੜਾ ਸ਼ਲੋਕ ਤੁਸੀਂ ਪੜ੍ਹ ਰਹੇ ਹੋ ਆਸਾ ਦੀ ਵਾਰ ਵਿੱਚ ਹੈ, ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ। ਜਦੋਂ ਸੁੱਖ ਹੁੰਦਾ ਹੈ ਉਦੋਂ ਤੂੰ ਨਹੀਂ ਹੁੰਦਾ, ਜਾਂ ਸੁਖ ਤਾਮ ਨਹੀਂ। ਤੂੰ ਕਰਤਾ, ਇੱਥੇ ਵਿਸਰਾਮ ਨਹੀਂ ਦੇਣਾ। ਆਪ ਜੀ ਜਿਸ ਤਰ੍ਹਾਂ ਪੜ੍ਹ ਰਹੇ ਹੋ ਨਾ, ਤੂੰ ਕਰਤਾ ਕਰਨਾ ਮੈਂ ਨਾਹੀਂ, ਇਹ ਅਕਾਲ ਪੁਰਖ ਨੂੰ ਕਿਹਾ ਹੈ ਤੂੰ ਕਰਤਾ ਕਰਨਾ। ਤੂੰ ਇਸ ਸਾਰੇ ਕਰਨੇ ਦਾ, ਸਾਰੇ ਜਗਤ ਪਸਾਰੇ ਦਾ, ਕੀਤੇ ਹੋਏ ਪਸਾਰੇ ਦਾ ਕਰਤਾ ਹੈ, ਸਿਰਜਣਹਾਰ ਹੈ। ਮੈਂ ਨਹੀਂ, ਮੈਂ ਨਹੀਂ, ਮੇਰੀ ਕੋਈ ਹਸਤੀ ਨਹੀਂ ਹੈ। ਇੱਥੇ ਮੈਂ ਤੋਂ ਪਹਿਲਾਂ ਜਿਹੜਾ ਕਰਨਾ ਹੈ ਉਹਨੂੰ ਕਰਤਾ ਨਾਲ ਜੋੜ ਕੇ ਪੜ੍ਹਨਾ। ਤੂੰ ਕਰਤਾ ਕਰਨਾ ਮੈਂ ਨਹੀਂ, ਇਸ ਤਰ੍ਹਾਂ ਕਰਨਾ ਮੈਂ ਨਹੀਂ ਨਹੀਂ ਕਹਿਣਾ। ਫਿਰ ਪੜ੍ਹੋ। ਜਸਲੀਨ ਕੌਰ ਜੀ ਪਾਠ ਕਰੋ, ਤੁਹਾਡਾ ਆਵਾਜ਼ ਰੁਕ ਰਹੀ ਹੈ। ਹਰਸੇਵਕ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ, ਤੁਸੀਂ ਅੱਗੇ ਕਿਰਪਾ ਕਰੋ ਜੀ। ਜਸਲੀਨ ਕੌਰ ਜੀ ਤੁਹਾਡੀ ਆਵਾਜ਼ ਰੁਕਦੀ, ਤੁਸੀਂ ਸੁਣੋ ਤਦ ਤੱਕ। ਮਾਈਕ ਖੋਲੋ ਜੀ। ਹਾਂਜੀ, ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਅਸਲ ਇੱਥੋਂ ਹੀ ਕਰਾਂ ਜਾਂ ਆਪ ਜੀ ਨੇ ਪਹਿਲਾਂ ਬੇਨਤੀ ਕੀਤੀ ਸੀ 9 ਸ਼ਬਦ ਪੜ੍ਹਨੇ, ਆਪਾਂ ਮੈਂ 100 ਤੋਂ ਕਰਾਂ ਸ਼ੁਰੂ। ਦੇਖੋ ਪਤਾ ਮੈਂ ਕੀ ਵੈਸੇ ਨਹੀਂ ਪੰਥਕ ਮਰਿਆਦਾ ਨਾਲ ਕਰਦਾ ਨਾ, 100 ਤੋਂ ਵੈਸੇ ਮੈਂ ਕਰਦਾ ਨਾ, ਅਨਲੈਸ 100 ਦੀ ਚੌਂਕੀ ਲਾਉਣੀ ਹੋਵੇ। ਇੱਕ ਮਿੰਟ ਸੁਣੋ ਜੀ। ਦੇਖੋ ਗੱਲ ਹੈ ਉਹ ਠੀਕ ਹੈ, ਉਹਦਾ ਜ਼ਿਕਰ ਕਰ ਦਿੱਤਾ ਹੈ ਕਿ ਉਹ ਜਿਹੜੀ ਪੰਥਕ ਤੌਰ ਤੇ ਜਿਹੜੀ ਪ੍ਰਵਾਨਿਤ ਹੈ, ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹਦਾ ਸਰੂਪ ਦੱਸਿਆ ਹੈ ਰਹਿਰਾ ਸਾਹਿਬ ਜੀ ਦਾ, ਉਹ ਠੀਕ ਹੈ। 9 ਸ਼ਬਦ ਜਿਹੜੇ ਪਹਿਲੇ ਜਿੱਥੋਂ ਆਰੰਭ ਹੁੰਦੇ ਨੇ ਸੋਦਰ ਤੋਂ, ਤੇ ਇਹ ਭੈਣ ਜੀ ਉਹਨਾਂ ਨੇ ਪੜ੍ਹਿਆ ਹੈ ਇਹ ਜਿਹੜਾ ਸ਼ਬਦ ਹੈ ਹਰ ਜੁਗ ਜੁਗ ਭਗਤ ਪਾਇਆ, ਉਸ ਤੋਂ ਬਾਅਦ ਸ਼ਲੋਕ ਮਹਲਾ ਪਹਿਲਾ। ਹੁਣ ਇਹ ਸ਼ਬਦ ਵਿੱਚ ਨਾ ਛੱਡੀਏ, ਇਹਦੀ ਸੰਥਿਆ ਕਰ ਲਈਏ। ਰਹਿਰਸ ਤੋਂ ਵੱਖਰੇ ਹੋਰ ਸ਼ਬਦਾਂ ਦੀ ਵੀ ਸੰਥਿਆ ਹੋ ਜਾਏਗੀ, ਤੇ ਹੁਣ ਇਹਨੂੰ ਆਪਾਂ ਪੂਰਾ ਕਰ ਲਈਏ, ਫਿਰ ਉਹ ਤੋਂ ਸੋਦਰ ਤੋਂ ਆਪਾਂ ਆਰੰਭ ਕਰ ਲਾਂਗੇ। ਠੀਕ ਹੈ ਜੀ। ਹਾਂਜੀ ਹਾਂਜੀ ਹਾਂ, ਜਦੋਂ ਵੇਖੋ ਅਸੀਂ ਸੋਦਰ ਦੀ ਚੌਂਕੀ ਹੁੰਦੀ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਜਦੋਂ ਉਦੋਂ ਵੀ ਇਹਨੂੰ ਗਾਇਨ ਕੀਤਾ ਜਾਂਦਾ ਹੈ, ਤੇ ਉਦੋਂ ਵੀ ਇਹ ਪੜ੍ਹਿਆ ਜਾਂਦਾ ਹੈ। ਉਹ ਸਾਡਾ ਜਿਹੜਾ ਪੰਥਕ ਜਿਹੜਾ ਸਰੂਪ ਹੈ ਨਾ, ਜਿਹੜਾ ਪੰਥ ਨੇ ਬਣਾਇਆ ਇਸ ਬਾਣੀ ਦਾ ਜਿਹੜਾ ਸਰੂਪ ਸਿੱਖ ਰਹਿਤ ਮਰਿਆਦਾ ਵਿੱਚ ਅੰਕਿਤ ਹੈ, ਉਹ ਸਰੂਪ ਉਹੀ ਹੈ। ਇਹ ਉਸ ਤੋਂ ਵੱਖਰੇ ਜਿਹੜੇ ਹੋਰ ਆਰੰਭਕ ਸ਼ਬਦ ਨੇ ਉਹਨਾਂ ਦੀ ਵੀ ਨਾਲ ਸੰਥਿਆ ਹੋ ਜਾਏਗੀ। ਉਹ ਤਾਂ ਜਿੱਥੋਂ ਬਾਣੀ ਦਾ ਆਰੰਭ ਹੋਣਾ ਹੈ ਉੱਥੋਂ ਹੀ ਆਰੰਭ ਹੋਣਾ ਹੈ। ਹਾਂਜੀ, ਸਤਿਵਚਨ ਜੀ। ਹਾਂਜੀ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਧਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਬਲਿਹਾਰੀ ਇੱਕ ਮਿੰਟ ਰੁਕੋ। ਜਾਂ ਹਾਂ ਕਰੀ, ਇੱਥੇ ਰੁਕ ਜਾਵਾਂਗੇ। ਨਾ ਹੋਈ, ਜੋ ਮੈਂ ਕਰਦਾ ਹਾਂ ਉਹ ਨਹੀਂ ਹੁੰਦਾ। ਜਾਂ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਫਿਰ ਪੜੋ, ਜਾਤ ਮਹਿ ਤੇਰਾ ਅੰਤ, ਇਹ ਤੁਕ ਦੁਬਾਰਾ ਪੜੋ। ਬਲਿਹਾਰੀ ਕੁਦਰਤ ਵਸਿਆ। ਹਾਂਜੀ, ਅੱਗੇ ਪੜੋ। ਆਵਾਜ਼ ਨਹੀਂ ਆ ਰਹੀ। ਹਾਂ, ਇੱਕ ਮਿੰਟ ਦਿੱਕਤ ਹੋ ਗਈ। ਕੋਈ ਗਰਮੀ ਲੱਗ ਰਹੀ ਹੈ ਤਾਂ ਚੱਲਦਾ ਪਿਆ ਇਹਦੇ। ਨਹੀਂ, ਇਸ ਦੀ ਗੱਲ ਨਹੀਂ।
ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਵਾਹਿਗੁਰੂ ਜੀ, ਪਰੀ ਸਿਉ ਕਹੀਐ ਵਾਹਿਗੁਰੂ ਜੀ, ਵਾਹਿਗੁਰੂ। ਕੇਤੇ ਤੇਰੇ ਗਾਵਣ ਹਾਰੇ। ਹਰਸੇਵਕ ਸਿੰਘ ਜੀ, ਥੋੜਾ ਜੀ ਕਨੈਕਸ਼ਨ ਕੱਟ ਹੋ ਗਿਆ ਸੀ, ਉਸੇ ਸ਼ਲੋਕ ਚੋਂ ਪੜੋ ਇੱਕ ਵਾਰੀ ਆਪ ਜੀ ਫੇਰ। ਸੋਦਰ ਤੋਂ ਭਾਈ ਸਾਹਿਬ। ਤੂੰ ਕਰਤਾ ਕਰਨਾ ਜਿੱਥੇ ਤੁਸੀਂ ਪੜ ਰਹੇ ਸੀ, ਬਲਿਹਾਰੀ ਕੀ ਦੋਸਤ। ਹਾਂ ਇੱਥੋਂ ਅੱਗੇ ਪੜੋ। ਓਕੇ ਜੀ। ਕੁਦਰਤ ਵਸਿਆ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਇਹ ਸੱਚਾ। ਇਹ ਠੀਕ ਪੜਿਆ ਆਪਨੇ ਅਕਲ ਕਲਾ, ਇਹ ਜਿਹੜਾ ਅਗੇਤਰੀ ਹੈ, ਤੇ ਇਹ ਜਿਹੜਾ ਭਰਪੂਰ ਪੜਿਆ ਨਾ, ਇਹ ਭਰਪੂਰ ਨਹੀਂ ਇਹਨੂੰ ਕਹਿਣਾ, ਕਿਉਂਕਿ ਹਾਂਜੀ ਪਹਿਲਾਂ ਭੱਭਾ ਹੈ ਉਸ ਤੋਂ ਬਾਅਦ ਪੱਪਾ ਹੈ। ਭਰਪੂਰ ਰਹਿਆ। ਪਹਿਲਾਂ ਪੱਪਾ, ਸੌਰੀ ਜੀ, ਪਹਿਲਾਂ ਕੀ ਕਿਹਾ? ਪਹਿਲਾਂ ਪਹਿਲਾਂ ਪੱਬਾ ਜਾਂ ਪਹਿਲਾਂ ਭੱਭਾ ਫਿਰ ਪੱਪਾ। ਪੱਬਾ, ਹਾਂਜੀ। ਭਰਪੂਰ ਰਹਿ, ਆਪ ਜੀ ਪੜ੍ਹ ਰਹੇ ਹੋ ਭਰਪੂਰ ਭਰਪੂਰ ਪੱਪੇ ਨਾਲ। ਰਹਿਆ ਹਾਂਜੀ। ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਇੱਕ ਮਿੰਟ ਇੱਥੇ ਮਹੱਲਾ। ਬ੍ਰੇਕ ਲਵਾਂਗੇ ਅਸੀਂ, ਇਸ ਤੋਂ ਬਾਅਦ ਸੰਗਤ ਜੀ ਫਿਰ ਆਪਣਾ ਨਾ 40 ਮਿੰਟ ਦੀ ਇਹ ਕਲਾਸ ਹੁੰਦੀ ਹੈ, ਕਿਉਂਕਿ ਇਸ ਦੇ ਵਿੱਚ ਤੇ ਲਗਭਗ 37 ਮਿੰਟ ਆਪਣੇ ਹੋ ਚੁੱਕੇ ਆ। ਇਹ ਤਾਂ ਬੇਨਤੀ ਕਰ ਰਹੇ ਹਾਂ ਕਿਉਂਕਿ ਜਿਹੜਾ ਉਹ ਸਿੰਘ ਸਾਹਿਬ ਦੇ ਨਾਲ ਸਮਝਾ ਕੇ ਆਪ ਜੀ ਨੂੰ ਦੱਸਣਾ ਹੈ ਬੋਰਡ ਦੇ ਉੱਪਰ ਕੁਝ ਗੱਲਾਂ ਜੋ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨਗੇ, ਤੇ ਉਹ ਆਪਾਂ ਇਸ ਬ੍ਰੇਕ ਤੋਂ ਬਾਅਦ ਜਦੋਂ ਆਪਣਾ 40 ਮਿੰਟ ਦਾ, ਕਿਉਂਕਿ ਇੱਕ ਕਲਾਸ ਦਾ ਪੀਰੀਅਡ ਹੋਇਆ ਕਰਦਾ ਹੈ ਆਮ ਜ਼ੂਮ ਦੇ ਉੱਪਰ, ਤੇ ਜਦੋਂ ਇਹ ਕਲਾਸ ਦੇ ਨਾਲ ਹੀ ਆਪਾਂ ਦੁਬਾਰਾ ਫੇਰ ਜੁਆਇਨ ਹੋ ਜਾਣਾ ਹੈ। ਇਹ ਬੇਨਤੀ ਆਪ ਜੀ ਨੇ ਜ਼ਰੂਰ ਸਮਝ ਲੈਣੀ, ਕਿਉਂਕਿ 40 ਮਿੰਟ ਬਾਅਦ ਆਟੋਮੈਟਿਕ ਇਹ ਕੱਟ ਜਾਂਦੀ ਹੈ ਕਲਾਸ। ਇਹ ਇਸ ਕਰਕੇ ਅਜੇ ਲਗਭਗ 37 ਮਿੰਟ ਹੋਏ ਨੇ। ਇਹ ਤਾਂ ਕਿ ਆਪ ਜੀ ਨੂੰ ਮੈਂ ਦੱਸ ਦਿਆਂ, ਕਈ ਵਾਰ ਕੋਈ ਦਿੱਕਤ ਹੋਵੇ ਜਾਂ ਕਿਤੇ ਕਲਾਸ ਤੋਂ ਤੁਸੀਂ ਬਾਹਰ ਹੋ ਜਾਓ ਜਾਂ ਆਊਟ ਹੋ ਜਾਓ, ਤੇ ਇਸ ਚੀਜ਼ ਦਾ ਆਪ ਜੀ ਨੇ ਧਿਆਨ ਜ਼ਰੂਰ ਰੱਖਣਾ ਹੈ। ਤੇ ਅੱਧੇ ਕੁ ਮਿੰਟ ਦੇ ਵਿੱਚ ਅਸੀਂ ਦੁਬਾਰਾ ਫਿਰ ਜੁਆਇਨ ਕਰ ਲਵਾਂਗੇ ਤੇ ਉਹ ਕਲਾਸ ਫਿਰ ਸਟਾਰਟ ਹੋ ਜਾਏਗੀ। ਤੇ ਲਗਭਗ ਆਪਾਂ ਘੰਟਾ ਸਵਾ ਘੰਟਾ ਜਿਹੜੀ ਕਲਾਸ, ਘੰਟਾ 1 ਘੰਟੇ ਦੇ ਕਰੀਬ ਕਲਾਸ ਲਾਉਂਦੇ ਆ, ਜਿਹੜੀ ਉਹ ਰੋਜ਼ਾਨਾ ਰੂਟੀਨ ਨਾਲ ਚੱਲੇਗੀ, ਸਿਰਫ ਐਤਵਾਰ ਨੂੰ ਛੱਡ ਕਰਕੇ। ਸੋ ਇਹ ਆਪ ਜੀ ਨੇ ਧਿਆਨ ਰੱਖਣਾ ਹੈ। ਇਹ ਬਾਕੀ ਜਦ ਤੁਸੀਂ ਆ ਪਾਠ ਅੱਗੇ ਆਰੰਭ ਕਰੋ, ਤੇ ਜੇ ਬੰਦ ਹੋ ਗਿਆ ਤੇ ਆਪਾਂ ਫੇਰ ਉੱਥੋਂ ਸਟਾਰਟ ਕਰ ਲਵਾਂਗੇ। ਹਾਂਜੀ ਕਰੋ ਕਿਰਪਾ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਇਹ ਦੇਖੋ, ਇਹ ਜਿਹੜਾ ਸਿਰਲੇਖ ਪੜਿਆ ਨਾ ਪਹਿਲਾ, ਇਹਨੂੰ ਅਸੀਂ ਉਚਾਰਨ ਕਰਾਂਗੇ ਪਹਿਲਾ। ਹਾਹੇ ਦਾ ਉਚਾਰਨ, ਉਹਨੂੰ ਹਾਹੇ ਨੂੰ ਉਚਾਰਨ ਵਿੱਚ ਲੈ ਕੇ ਆਵਾਂਗੇ। ਸ਼ਲੋਕ ਮਹੱਲਾ ਪਹਿਲਾ। ਠੀਕ ਹੈ ਜੀ। ਹਾਂਜੀ। ਸ਼ਲੋਕ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਾ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਭ ਸਮਾਲੇ ਫਿਰ ਪੜੋ, ਵਾਜੇ ਤੇਰੇ ਨਾਲ। ਪਹਿਲੀ ਆਰੰਭ ਵਾਲੀ ਤੋਂ ਫਿਰ ਪੜੋ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ। ਇਹਨੂੰ ਮੰਮੇ ਅੱਖਰ ਨੂੰ ਭਾਰਾ ਕਰਕੇ ਉਚਾਰਨ ਕਰਾਂਗੇ, ਸੰਭਾਲੇ। ਸੰਭਾਲੇ। ਹਾਂਜੀ। ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ। ਇੱਕ ਮਿੰਟ ਠਹਿਰੋ ਜੀ। ਤੁਸੀਂ ਬੋਲ ਕੇ ਬ੍ਰੇਕ ਤੋਂ ਬਾਅਦ ਇਹ ਸਮਝਾ ਦਿਆ ਜੀ। ਅੱਛਾ ਚਲੋ ਠੀਕ ਸੋ ਸੰਗਤ ਜੀ ਲਗਭਗ ਬ੍ਰੇਕ ਦਾ ਆਪਣਾ ਟਾਈਮ ਹੋ ਗਿਆ। 40 ਮਿੰਟ ਦਾ ਜਿਹੜਾ ਸਮੇਂ ਦੀ ਕਲਾਸ ਹੁੰਦੀ ਹੈ, ਨਾਲ ਹੀ ਆਪਾਂ ਤੁਸੀਂ ਰੀਜੁਆਇਨ ਕਰ ਲੈਣਾ ਹੈ 5-10 ਸੈਕਿੰਡਾਂ ਦੇ ਬਾਅਦ। ਜਿੱਦਾਂ ਹੀ ਤੁਸੀਂ ਜੁਆਇਨ ਕਰੋਗੇ ਸੰਗਤਾਂ ਜੁੜ ਜਾਣਗੀਆਂ ਤੇ ਸਿੰਘ ਸਾਹਿਬ ਅੱਗੇ ਜਿਹੜੀ ਕਲਾਸ ਹੈ ਆਪਾਂ ਆਰੰਭ ਕਰ ਲਵਾਂਗੇ। ਸੋ ਜਿੰਨੀਆਂ ਸੰਗਤਾਂ ਜੁੜੀਆਂ ਨੇ ਧੰਨਵਾਦ। ਮੈਸੇਜ ਕਰ ਦਿਓ ਹੋਰ ਵੀ ਸੰਗਤਾਂ ਤਾਂ ਕਿ ਜੁੜ ਕੇ ਲਾਹਾ ਪ੍ਰਾਪਤ ਕਰ ਸਕਣ, ਜਿਹੜੇ ਨਹੀਂ ਵੀ ਜੁੜ ਸਕੇ, ਕਿਉਂਕਿ ਅੱਜ ਕਈਆਂ ਨੂੰ ਮੈਸੇਜ ਤੇ ਪਹੁੰਚਿਆ ਹੈ ਪਰ ਕਈਆਂ ਨੇ ਦੇਖਿਆ ਨਹੀਂ, ਕਿਉਂਕਿ ਲੇਟ 1:30 ਵਜੇ ਦੇ ਕਰੀਬ ਸਾਰਿਆਂ ਨੂੰ ਫਾਰਵਰਡ ਕੀਤਾ ਗਿਆ ਦਿਨੇ ਮੈਸੇਜ, ਤੋਂ ਕਈਆਂ ਨੂੰ ਅੱਜ ਨਹੀਂ ਵੀ ਪਹੁੰਚ ਸਕਿਆ। ਜੋ ਆਪ ਜੀ ਦੇ ਲਿੰਕ ਵਿੱਚ ਵੀ ਹੈ ਉਹਨਾਂ ਨੂੰ ਮੈਸੇਜ ਕਰਕੇ ਅੱਧੇ ਕੁ ਮਿੰਟ 'ਚ ਆਪ ਜੀ ਕਾਲ ਕਰ ਸਕਦੇ ਹੋ ਕਿ ਆਪ ਜੀ ਇਸ ਲਿੰਕ ਦੇ ਰਾਹੀਂ ਜੁੜਨ ਦੀ ਕਿਰਪਾਲਤਾ ਕਰੋ, ਤਾਂ ਕਿ ਸੋਧਰ ਦੀ ਇਹ ਜਿਹੜੀ ਸੰਥਿਆ ਹੈ ਰਹਿਰਾਸ ਸਾਹਿਬ ਦੀ ਕਰਕੇ ਲਾਹਾ ਸਾਰੇ ਲੈ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।